ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸੰਕਟ ਦਰ ਸੰਕਟ ਵਿੱਚ ਡੂੰਘਾ ਧੱਸਦਾ ਜਾ ਰਿਹਾ ਹੈ, ਤਾਂ ਉਸ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਔਰ ਖਾਸ ਕਰਕੇ ਜਿਹੜੀਆਂ ਪਿਛਲੇ ਦਿਨਾਂ 'ਚ ਘਟਨਾਵਾਂ ਵਾਪਰੀਆਂ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣ ਗਿਆ, ਹੁਣ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਬਣ ਗਿਆ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ ਇਹ ਕੀਤੀ ਸੀ, ਉਹਨਾਂ ਦੇ ਪ੍ਰਧਾਨ ਵੱਲੋਂ ਸੁਖਬੀਰ ਬਾਦਲ ਵੱਲੋਂ, ਕਿ ਸਾਰੀਆਂ ਕਮੇਟੀਆਂ ਭੰਗ ਕਰਕੇ ਨਵੇਂ ਸਿਰੇ ਤੋਂ ਜਥੇਬੰਦ ਕੀਤਾ ਜਾਏਗਾ। ਪਰ ਅਸੀਂ ਦੇਖਦੇ ਹਾਂ ਕਿ ਉਹੀ ਕਮੇਟੀ ਜਿਹੜੀ ਭੰਗ ਕੀਤੀਆਂ ਗਈਆਂ ਸੀ, ਉਸੇ ਕਮੇਟੀ ਨੇ ਦੁਬਾਰਾ ਸੁਖਬੀਰ ਬਾਦਲ ਨੂੰ ਆਪਣਾ ਪ੍ਰਧਾਨ ਚੁਣ ਲਿਆ, ਤੇ ਨਾਲ ਡਿਸਪਲਿਨ ਕਮੇਟੀ ਜਿਹੜੀ ਬਣਾਈ ਉਹਨਾਂ ਨੇ, ਉਸ ਅਨੁਸ਼ਾਸਨੀ ਕਮੇਟੀ ਨੇ ਇਹ ਗੱਲ ਕਹਿਤੀ ਕਿ ਸਾਡਾ ਪ੍ਰਧਾਨ ਜਿਹੜਾ ਸੁਖਬੀਰ ਬਾਦਲ ਹੀ ਰਹੇਗਾ, ਜਿਹਨੇ ਸਾਨੂੰ ਛੱਡ ਕੇ ਜਾਣਾ ਚਲੇ ਜੇ। ਇਹ ਜਿਹੜੀ ਸਾਰੀ ਸਥਿਤੀ ਬਣੀ ਹੈ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਕੀ ਜਿਹੜੀ ਵਰਕਿੰਗ ਕਮੇਟੀ ਜਿਸ ਢੰਗ ਨਾਲ ਭੰਗ ਕੀਤੀ ਗਈ ਸੀ, ਸਾਰੇ ਵਿੰਗ ਭੰਗ ਕੀਤੇ ਗਏ ਸੀ, ਉਸ ਤੋਂ ਬਾਅਦ ਇਹ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਸੰਭਵ ਹੈ। ਔਰ ਦੂਸਰਾ ਕਿ ਉਹਨਾਂ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਨੇ ਕੰਮ ਸ਼ੁਰੂ ਕੀਤਾ ਹੈ, ਜਿਸ ਢੰਗ ਨਾਲ ਉਹਨਾਂ ਨੋਟਿਸ ਦੇਣ ਦੀ ਤਿਆਰੀ ਕੀਤੀ ਹੈ, ਤਾਂ ਉਸ ਤੋਂ ਸਥਿਤੀ ਬਿਲਕੁਲ ਉਲਟ ਜਾ ਕੇ ਥੱਲੇ ਜਿਹੜਾ ਵਰਕਰ ਹੈ ਜਾਂ ਥੱਲੇ ਵਾਲੇ ਜਿਹੜੇ ਅਹੁਦੇਦਾਰ ਹੈ, ਉਹ ਬਾਗੀ ਹੋ ਕੇ ਆਪੋ ਆਪਣੀ ਥਾਂ ਆਪੋ ਆਪਣੀਆਂ ਕਮੇਟੀਆਂ ਬਣਾਉਣ ਦੇ ਰਾਹ ਪਏ ਹੋਏ ਆ। ਸੋ ਇਸ ਤਰ੍ਹਾਂ ਦਾ ਜਿਹੜਾ ਸੰਕਟ ਹੈ, ਇਹ ਸੰਕਟ ਵੈਸੇ ਤਾਂ ਉਹਨਾਂ ਦਾ 2017 ਤੋਂ ਸ਼ੁਰੂ ਹੋ ਗਿਆ ਸੀਗਾ, ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ 2015 ਚ ਵਾਪਰੀਆਂ, ਤੇ ਉਸ ਤੋਂ ਬਾਅਦ 2017 ਦੀ ਚੋਣ ਚ ਅਕਾਲੀ ਦਲ ਦੀ ਜਿਹੜੀ ਮਾੜੀ ਹਾਲਤ ਹੋਈ, ਫਿਰ 2019 ਚ ਹੋਈ, ਫਿਰ 2022 ਚ ਹੋਈ। ਔਰ ਇਹ ਸਾਰੀਆਂ ਚੀਜ਼ਾਂ ਨੇ ਮਿਲ ਕੇ ਇੱਕ ਅਕਾਲੀ ਦਲ ਲਈ ਬਹੁਤ ਵੱਡੀ ਚੁਣੌਤੀ ਖੜੀ ਕਰ ਦਿੱਤੀ। ਔਰ ਉਸ ਦੀ ਹੋਂਦ ਨੂੰ ਵੀ ਇਸ ਵੇਲੇ ਜਿਸ ਤਰ੍ਹਾਂ ਦੀਆਂ ਪ੍ਰਸ਼ਨ ਚਿੰਨ੍ਹ ਉਹਦੇ ਤੇ ਲੱਗੇ ਹੋਏ ਆ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਦੇ ਲਈ ਸਾਡੇ ਨਾਲ ਅੱਜ ਜੁੜੇ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ, ਜਿਨ੍ਹਾਂ ਨੇ ਲਗਭਗ ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਿਆ, ਉਹਨੂੰ ਰਿਪੋਰਟ ਕੀਤਾ, ਔਰ ਉਸ ਦੇ ਸਬੰਧ ਵਿੱਚ ਜਿਹੜੀਆਂ ਵੀ ਰਾਜਸੀ ਘਟਨਾਵਾਂ ਵਾਪਰਦੀਆਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ, ਕਿਉਂਕਿ ਉਹ ਖੇਤਰੀ ਪਾਰਟੀ ਹੈ, ਇਸ ਦੇ ਬਾਰੇ ਉਹਨਾਂ ਦੇ ਲੇਖ ਵੀ ਅਕਸਰ ਤੁਸੀਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹੋ। ਮੀਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਸ਼ੁਕਰੀਆ ਜੰਗੂ ਸਾਹਿਬ। ਮੀਰ ਸਿੰਘ ਜੀ, ਜਿਹੜੀ ਘਟਨਾਵਾਂ ਵਾਪਰ ਰਹੀਆਂ, ਜਿਸ ਤਰ੍ਹਾਂ ਅਯਾਲੀ ਹੋਣਾ ਨੇ ਪਾਰਟੀ ਦੀ ਜਿਹੜਾ ਡਿਸਪਲਿਨ ਨਾ ਮੰਨ ਕੇ ਤਾਂ ਉਹਨਾਂ ਨੇ ਰਾਸ਼ਟਰਪਤੀ ਨੂੰ ਵੋਟ ਨਹੀਂ ਪਾਈ, ਫਿਰ ਦਿੱਲੀ ਸਟੇਟ ਅਕਾਲੀ ਦਲ ਬਣ ਗਿਆ, ਹੁਣ ਹਰਿਆਣਾ ਅਕਾਲੀ ਦਲ ਬਣ ਗਿਆ, ਤੇ ਤੁਸੀਂ ਜੋ ਕੁਝ ਵਾਪਰ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਤੇ ਕੀ ਅਰਥ ਲੈਂਦੇ ਹੋ, ਤੇ ਕੀ ਇਹਦਾ ਅਸਰ ਪਏਗਾ ਆਉਣ ਵਾਲੇ ਸਮੇਂ 'ਚ ਅਕਾਲੀ ਰਾਜਨੀਤੀ? ਅਸਲ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਕਮਜ਼ੋਰੀ ਆ, ਉਹ ਤਾਂ ਕਾਫੀ ਲੰਬੇ ਸਮੇਂ ਤੋਂ ਹੀ ਚੱਲ ਗਈ ਸੀ, ਕਿਉਂਕਿ ਜਦੋਂ ਉਹਦਾ ਡਾਇਵਰਟ ਹੋ ਗਿਆ ਸੀ ਏਜੰਡੇ ਦੇ ਤੌਰ ਤੇ, ਜਾਂ ਕੇਵਲ ਸੱਤਾ ਦੇ ਵਿੱਚ ਪਾਰਟਿਸਿਪੇਸ਼ਨ ਹੋ ਗਈ ਸੀ, ਇਹਦੀ ਦਿਖਾਈ ਜਿਹੜਾ ਦੇਣ ਲੱਗਿਆ, ਇਹ ਹੌਲੀ ਹੌਲੀ 2017 ਚ ਆਉਂਦੇ ਜਾਂਦੇ, ਕਿਉਂਕਿ ਖਾਸ ਤੌਰ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ 2015 ਚ ਹੋ ਗਿਆ ਸੀਗਾ, ਤੇ ਨਸ਼ੇ ਦਾ ਮੁੱਦਾ ਵੀ 2014 ਦੀਆਂ ਲੋਕ ਸਭਾ ਚੋਣਾਂ ਚ ਵੀ ਅਕਾਲੀ ਦਲ ਦੇ ਗੱਲ ਲੱਗਦਾ ਸੀ, ਕਿ ਉਦੋਂ ਵੀ ਜਦੋਂ 4 MP ਆਮ ਆਦਮੀ ਪਾਰਟੀ ਦੇ ਜਿਤਾਤੇ ਸੀ, ਨਵੀਂ ਪਾਰਟੀ ਸੀ, ਕੋਈ ਜਾਣਦਾ ਵੀ ਨਹੀਂ ਸੀ ਕਿ ਕੌਣ ਹੈ ਕੋਈ ਨਹੀਂ ਹੈ। ਔਰ ਉਦੋਂ ਤੋਂ ਲੈ ਕੇ ਲਗਾਤਾਰ ਅਕਾਲੀ ਦਲ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਰਿਵਿਊ ਕੀਤਾ ਜਾਏ, ਕੀ ਗਲਤ ਹੋ ਰਿਹਾ ਹੈ, ਕੀ ਠੀਕ ਹੋ ਰਿਹਾ, ਲੋਕ ਨਾਰਾਜ਼ ਕਿਉਂ ਨੇ। ਔਰ 2015 ਤੋਂ ਬਾਅਦ ਤਾਂ ਲਗਾਤਾਰ ਆਪਾਂ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀਗੇ, ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀ, ਤੇ ਦੋਨਾਂ ਨੂੰ ਪੰਜਾਬ 'ਚ ਨਿਕਲਣਾ ਵੀ ਔਖਾ ਹੋ ਗਿਆ ਸੀ, ਜਦੋਂ ਲੋਕ ਸ਼ਾਂਤਮਈ ਤਰੀਕੇ ਨਾਲ ਸੜਕਾਂ ਤੇ ਸੀਗੇ। ਫਿਰ ਬਹਿਬਲ ਵਾਪਰ ਜਾਂਦਾ ਹੈ, ਫਿਰ ਬਹਿਬਲ ਦੇ ਵਿੱਚ 2 ਬੰਦਿਆਂ ਦੀ ਮੌਤ ਹੋਣਾ, ਬਾਕੀ ਚੀਜ਼ਾਂ ਉਦੋਂ ਤੋਂ ਚੱਲਦੀਆਂ ਨੇ। ਉਦੋਂ ਪਹਿਲੀ ਵਾਰ ਅਕਾਲੀ, ਵੈਸੇ ਵੀ ਅਮੀਰ ਸਿੰਘ ਜੀ, ਉਦੋਂ ਇਹ ਵੀ ਪਹਿਲੀ ਵਾਰ ਹੋਇਆ ਕਿ ਸਾਰੇ ਜਿਹੜੇ ਪੁਲ ਸੀਗੇ ਉਹ ਬੰਦ ਕਰਤੇ ਗਏ, ਉੱਥੋਂ ਟ੍ਰੈਫਿਕ ਹੀ ਨਹੀਂ ਸੀ ਲੰਘਦਾ, ਪਹਿਲੀ ਵਾਰ ਹੋਇਆ ਸੀ ਉਦੋਂ ਪੰਜਾਬ 'ਚ। ਬਿਲਕੁਲ ਚੋਕ ਹੋ ਗਿਆ ਸੀ, ਜਿਹਨੂੰ ਕਹਿੰਦੇ ਆਪਾਂ, ਪੰਜਾਬ ਜਾਮ ਹੋ ਗਿਆ ਸੀ। ਜੀ। ਉਸ ਪ੍ਰੈਸ਼ਰ 'ਚ ਇਹਨਾਂ ਨੂੰ ਫਿਰ ਕਈ ਫੈਸਲੇ ਕਰਨੇ ਪਏ ਸੀ। ਇੱਕ ਤਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਉਣਾ ਪਿਆ ਸੀਗਾ ਉਸ ਬਹਿਬਲ ਔਰ ਬਰਗਾੜੀ ਪੂਰੇ ਮਾਮਲੇ ਤੇ। ਦੂਜਾ, ਸੁਮੇਧ ਸੈਣੀ ਪ੍ਰਤੀ ਲੋਕਾਂ ਦਾ ਨਜ਼ਰੀਆ ਸੀ, ਲੋਕ ਕਹਿੰਦੇ ਸੀ ਕਿ ਇਹਨੇ ਉਦੋਂ ਮੂਵਮੈਂਟ ਦੌਰਾਨ ਇੰਨੀਆਂ ਜਾਤੀਆਂ ਕੀਤੀਆਂ ਨੇ, ਉਹਨੂੰ ਹਟਾਉਣਾ ਪਿਆ, ਬੀਇੰਗ ਏ DGP ਹਟਾਉਣਾ ਪਿਆ ਸੀ ਉਸ ਸਾਰੇ ਮਾਮਲੇ ਦਾ। ਤੇ ਜਿਹੜਾ ਇੱਥੇ ਹੋਇਆ ਸੀ ਕਤਲੇਆਮ, ਉਹਦੀ CBI ਨੂੰ ਜਾਂਚ ਦੇਣੀ ਪਈ। ਕਈ ਚੀਜ਼ਾਂ ਮੌਕੇ ਤੇ ਪ੍ਰੈਸ਼ਰ 'ਚ ਆ ਕੇ ਕਰਨੀਆਂ ਪਈਆਂ ਸੀ, ਪਰ ਫਿਰ ਵੀ ਲੋਕਾਂ ਦੀ ਸੰਤੁਸ਼ਟੀ ਨਹੀਂ ਹੋਈ ਕਿ ਤੁਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ। ਇਨ ਦੀ ਮੀਨ ਟਾਈਮ ਇਹ ਕਰਦੇ ਰਹੇ, ਇਹਦੇ ਕਰਕੇ ਵੀ ਲੋਕ ਨਾਰਾਜ਼ ਹੋਏ
ਕਿ ਚੀਫ ਮਿਨਿਸਟਰ ਨੇ ਉਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਥੇਦਾਰਾਂ ਨੂੰ ਸੱਦ ਕੇ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਉਹ ਜਿਹੜਾ ਡੇਰਾ ਸਿਰਸਾ ਨਾਲ ਇੱਕ ਵਿਵਾਦ ਚੱਲਦਾ ਸੀ ਉਹਨੂੰ ਮਾਫੀਨਾਮੇ ਤੇ ਜਥੇਦਾਰਾਂ ਨੂੰ ਕਿਹਾ ਤੁਸੀਂ ਮਾਫੀ ਦਿਓ ਤੇ ਉਹਦੇ ਚ ਲਗਭਗ 69 ਕਰੋੜ ਰੁਪਏ ਦੇ ਐਸਜੀਪੀਸੀ ਦੇ ਅਖਬਾਰਾਂ ਚ ਇਸ਼ਤਿਹਾਰ ਵੀ ਦਿੱਤੇ ਵੀ ਚਲੋ ਹੁਣ ਹੋ ਗਿਆ ਸਭ ਕੁਝ ਪਰ ਲੋਕਾਂ ਦੇ ਦਬਾਅ ਕਰਕੇ ਮੁੜ ਕੇ ਸਾਰਾ ਸਟੈਂਡ ਫਿਰ ਵਾਪਸ ਹੋਣਾ ਪਿਆ। ਇਹਦਾ ਮਤਲਬ ਉਦੋਂ ਤੋਂ ਲੋਕਾਂ ਦੀ ਨਾਰਾਜ਼ਗੀ ਜਿਹੜੀ ਅਕਾਲੀ ਦਲ ਨਾਲ ਖਾਸ ਤੌਰ ਤੇ ਪੰਥਕ ਸਭਾ ਚ ਲਗਾਤਾਰ ਚੱਲਦੀ ਰਹੀ। ਫਿਰ ਉਦੋਂ ਬਾਅਦ ਕਿਸਾਨੀ ਦੇ ਵਿੱਚ ਵੀ ਲਗਾਤਾਰ ਦੋ ਹੀ ਮੇਨ ਬੇਸ ਜਿਹੜਾ ਅਕਾਲੀ ਦਲ ਦਾ ਸੀ ਉਹ ਕਿਸਾਨੀ ਤੇ ਪੰਥ ਇਹ ਦੋ ਸੀ ਲਗਾਤਾਰ। ਔਰ ਪੰਥਕ ਸਭਾ ਤਾਂ ਇਹ ਕਹਿੰਦੀ ਸੀ ਕਿ 96 ਤੋਂ ਹੀ ਇਹਨਾਂ ਨੇ ਇੱਕ ਆਪਣਾ ਏਜੰਡਾ ਬਦਲ ਲਿਆ। ਕਿਸਾਨੀ ਨੂੰ ਹੌਲੀ ਹੌਲੀ ਇਹ ਹੋਣਾ ਪਿਆ ਕਿ ਜਦੋਂ ਤੁਸੀਂ ਐਨਡੀਏ ਦੇ ਪਾਰਟ ਚਲੇ ਆ ਰਹੇ ਹੋ ਜਦੋਂ ਦੀ ਬੀਜੇਪੀ ਗਵਰਨਮੈਂਟ ਬਣੀ ਹੈ 2014 ਤੋਂ ਲੈ ਕੇ ਔਰ ਉਹ ਜਿਹੜੇ ਫੈਸਲੇ ਲੈਂਦੀ ਆ ਰਹੀ ਹੈ ਕਿਸਾਨੀ ਨੂੰ ਇਸ ਨਾਰਾਜ਼ਗੀ ਸੀ ਕਿ ਤੁਸੀਂ ਖੇਤਰੀ ਪਾਰਟੀ ਹੋਣ ਦੇ ਨਾਤੇ ਜਾਂ ਬੀਇੰਗ ਇਹ ਕਹਿਣ ਦੇ ਕਿ ਅਸੀਂ ਕਿਸਾਨ ਦੀ ਪਾਰਟੀ ਆ ਤੁਸੀਂ ਇਹ ਸਟੈਂਡ ਕਿਉਂ ਨਹੀਂ ਲੈ ਰਹੇ। ਉਹਦਾ ਸਭ ਤੋਂ ਬੜਾ ਜਲਵਾ ਦਿਖਾਇਆ ਗਿਆ ਕਿਸਾਨ ਅੰਦੋਲਨ ਦੇ ਦੌਰਾਨ ਆਪਣੇ ਸਾਹਮਣੇ ਸੀ। 2017 ਦੇ ਵਿੱਚ ਤਾਂ ਇਹ ਮਤਲਬ ਮੇਨ ਆਪੋਜੀਸ਼ਨ ਵੀ ਨਹੀਂ ਰਹੀ। ਆਮ ਆਦਮੀ ਪਾਰਟੀ 20 ਸੀਟਾਂ ਲੈ ਕੇ 2 ਸੀਟਾਂ ਬੈਂਸ ਭਰਾਵਾਂ ਦੀਆਂ 22 ਲੈ ਕੇ ਮੇਨ ਆਪੋਜੀਸ਼ਨ ਪਾਰਟੀ ਬਣ ਗਈ ਸੀ। ਇਹ ਇਤਿਹਾਸਕ ਤੌਰ ਤੇ ਬਹੁਤ ਅਕਾਲੀ ਦਲ ਲਈ ਵੱਡਾ ਝਟਕਾ ਸੀ ਕਿ ਇੱਕ 100 ਸਾਲ ਪੁਰਾਣੀ ਪਾਰਟੀ ਉਹ ਮਤਲਬ ਆਪੋਜੀਸ਼ਨ ਪਾਰਟੀ ਦਾ ਦਰਜਾ ਵੀ ਖੋ ਦੇ ਤੇ ਉਦੋਂ ਬਾਅਦ ਫਿਰ ਇਹਨਾਂ ਨੂੰ ਲੱਗਿਆ ਵੀ ਆਪਾਂ ਐਵੇਂ ਰਿਵਾਈਵ ਕਰ ਲਾਂਗੇ। ਫਿਰ ਕਿਸਾਨ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਵਿਆਪਕ ਤੌਰ ਤੇ ਵਿਰੋਧ ਹੋਇਆ। ਕਿਸਾਨਾਂ ਨੇ ਘਰ ਘੇਰਿਆ ਬਾਦਲ ਪਿੰਡ ਦੇ ਵਿੱਚ ਜਾ ਕੇ। ਫਿਰ ਮਜਬੂਰੀ ਚ ਪਹਿਲਾਂ ਉਹਨਾਂ ਬਿੱਲਾਂ ਨੂੰ ਡਿਫੈਂਡ ਕਰਦੇ ਰਹੇ ਕਿ ਠੀਕ ਨੇ ਸਾਡੀ ਮੰਨੋ ਇਸ ਤਰੀਕੇ ਨਾਲ ਪਰ ਫਿਰ ਐਨਡੀਏ ਚੋਂ ਬਾਹਰ ਆਉਣਾ ਪਿਆ। ਔਰ ਕਿਸਾਨੀ ਚ ਵੀ ਫਿਰ ਇਹ ਗਿਆ ਵੀ ਇਹ ਸਾਡੇ ਦਬਾਅ ਚ ਆਏ ਹੋ ਤੁਹਾਡੀ ਸਹਿਮਤੀ ਨਹੀਂ ਸੀ ਤੁਸੀਂ ਉਹਨਾਂ ਦੇ ਨਾਲ। ਔਰ ਉਦੋਂ ਤੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਗੱਲ ਕਹੀ ਸੀ ਇਹ ਗੱਲ ਕਹੀ ਸੀ ਕਿ ਐਨਡੀਏ ਦੀ ਕਦੇ ਮੀਟਿੰਗ ਨਹੀਂ ਹੋਈ ਜਦੋਂ ਦੇ ਅਸੀਂ ਮੈਂਬਰ ਆ ਤੇ ਉਸ ਲੈਵਲ ਤੇ। ਇਹਦਾ ਮਤਲਬ ਅੰਦਰੂਨੀ ਪੁੱਛਗਾ ਦੱਸੋ ਉਧਰ ਵੀ ਇਹਨਾਂ ਦੀ ਘਟ ਗਈ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਚੱਲ ਤੁਸੀਂ ਸੱਤਾ 'ਚ ਤੁਹਾਨੂੰ ਬਣਾਇਆ ਹੋਇਆ 2 ਐਮਪੀਆਂ ਦੇ ਬਾਵਜੂਦ ਵੀ ਇੱਕ ਤੁਹਾਨੂੰ ਕੈਬਨਿਟ ਮਿਨਿਸਟਰੀ ਦਿੱਤੀ ਹੋਈ ਹੈ ਤੇ ਤੁਸੀਂ ਇੰਨੇ ਨਾਲ ਸਰਚ ਜੋ ਤੇ ਮੁੱਦੇ ਨਾ ਉਠਾਓ। ਪੰਜਾਬ ਦੇ ਮੁੱਦੇ ਜਿਹੜੇ ਬੁਨਿਆਦੀ ਮੁੱਦੇ ਸੀ ਉਹ ਉਠਾਏ ਨਹੀਂ ਗਏ। ਲੋਕਾਂ 'ਚ ਨਾਰਾਜ਼ਗੀ ਲਗਾਤਾਰ ਵੱਧਦੀ ਗਈ ਤੇ ਫਿਰ ਆ ਕੇ ਆਪਾਂ ਦੇਖਿਆ ਹੀ ਹੈ 2022 ਚ ਤਾਂ ਨਾ ਕੇਵਲ ਪਰਸੈਂਟੇਜ ਆਫ ਵੋਟ ਇੰਨੀ ਘਟੀ ਤੇ ਬੰਦੇ ਹੀ 3 ਰਹਿ ਗਏ ਮਤਲਬ ਅਸੈਂਬਲੀ ਦੇ ਵਿੱਚ। ਤੇ ਫਿਰ ਉਦੋਂ ਬਾਅਦ ਆ ਕੇ ਆਪਾਂ ਇਹ ਦੇਖਦੇ ਆ ਬਾਈ ਇਲੈਕਸ਼ਨ ਸੰਗਰੂਰ ਦੀ ਆ ਗਈ। ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਹੋਇਆ ਇਹ ਹੈ ਕਿ 5ਵੇਂ ਨੰਬਰ ਤੇ ਚਲੀ ਗਈ ਪਾਰਟੀ। ਮਤਲਬ ਬੀਜੇਪੀ ਵੀ ਉਦੋਂ ਅੱਗੇ ਹੈ ਵੋਟਾਂ ਦੇ ਮਾਮਲੇ ਦੇ ਵਿੱਚ। ਸੰਗਰੂਰ ਵਰਗੀ ਜਿੱਥੇ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਔਰ ਪਾਰਟੀ ਨੇ ਇਹਦਾ ਫੈਸਲਾ ਇਹਦੇ ਬਾਰੇ ਸੋਚਿਆ ਹੀ ਨਹੀਂ। ਢੀਂਡਸਾ ਵੱਖ ਹੁੰਦਾ ਹੋ ਜੇ ਸਾਨੂੰ ਕੋਈ ਇਤਰਾਜ਼ ਨਹੀਂ। ਬ੍ਰਹਮਪੁਰਾ ਆਪਣਾ ਕੋਈ ਬਣਾਉਂਦਾ ਸਾਨੂੰ ਕੋਈ ਇਤਰਾਜ਼ ਨਹੀਂ ਹੋ ਜੇ ਜੀ ਇਹ ਤਾਂ ਐਵੇਂ ਬੰਦੇ ਹੁੰਦੇ ਨੇ। ਤੇ ਸਾਰਿਆਂ ਨੂੰ ਇਹ ਕਹਿ ਕੇ ਉਹ ਖੁਰਦ ਆ ਗਿਆ। ਆ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਇੱਕ ਬੜਾ ਵੱਡਾ ਝਟਕਾ ਵੱਜਿਆ। ਵੱਡਾ ਝਟਕਾ ਇਹ ਵੱਜਿਆ ਕਿ ਜਿਹੜਾ ਮੇਨ ਲੀਡਰ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੇਨ ਸੁਖਬੀਰ ਬਾਦਲ ਦੇ ਨੇੜੇ ਮੰਨੇ ਜਾਂਦੇ ਸੀ ਮਨਜਿੰਦਰ ਸਿੰਘ ਸਿਰਸਾ ਤੇ ਸਿਰਸਾ ਦਿੱਲੀ ਤੋਂ ਸਿੱਧੇ ਬੀਜੇਪੀ ਚਲੇ ਗਏ। ਨਾ ਕੇਵਲ ਸਿਰਸਾ ਬੀਜੇਪੀ ਤੋਂ ਚਲੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੋਟਲ ਟੀਮ ਟੋਟਲੇ ਬਦਲ ਗਈ ਕਿ ਅਸੀਂ ਤਾਂ ਤੁਹਾਡੇ ਨਾਲ ਨਹੀਂ ਆ। ਜਿਹੜੀ ਅਕਾਲੀ ਦਲ ਬਾਦਲ ਦੇ ਨਾਲ ਖੜ ਕੇ ਜਿੱਤੀ ਸੀ ਹਾਂ ਜਿੱਤੀ ਸੀ ਤੇ ਉਹਨਾਂ ਦੇ ਸੀ ਸਾਰੇ ਬੰਦੇ ਉਹ ਤੇ ਟੋਟਲ ਬੰਦੇ ਟੋਟਲ ਟੀਮ ਉਹਨਾਂ ਦੀ ਸੀ। ਉਹ ਨਾ ਕੇਵਲ ਅਲੱਗ ਅਕਾਲੀ ਦਲ ਤੇ ਬਣਾ ਲਿਆ ਉਹਨਾਂ ਨੇ ਬਲਕਿ ਪੂਰੀ ਦੀ ਪੂਰੀ ਉਦੋਂ ਵੀ ਅਗਲੀ ਗੱਲ ਇਹ ਹੋ ਗਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਮੀਰ ਕਮੇਟੀ ਹੈ ਜਿੱਥੋਂ ਫਾਇਦਾ ਵੀ ਪਾਰਟੀ ਵਿੱਚ ਚੱਲਣ ਦੇ ਵਿੱਚ ਹੁੰਦਾ ਸੀ ਕਈ ਗੱਲਾਂ ਸੀ ਉਹ ਪੂਰੀ ਦੀ ਪੂਰੀ ਚਲੀ ਗਈ। ਹੁਣ ਉਦੋਂ ਬਾਅਦ ਫਿਰ ਦੁਬਾਰਾ ਮਤਲਬ ਸਾਡੇ ਸਾਹਮਣੇ ਆ ਕੱਲ ਹਰਿਆਣੇ ਦਾ ਵੀ ਜੁਨਟ ਅਲੱਗ ਹੋ ਗਿਆ ਵੱਡੀ ਗਿਣਤੀ ਚ ਜਿਸ ਚ ਲਗਭਗ 3 ਤਾਂ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਿਹਦੇ ਚ ਵੱਖ-ਵੱਖ ਹੋਰ ਲੋਕ ਨੇ। ਠੀਕ ਆ ਉਹ ਰਘੂਜੀਤ ਸਿੰਘ ਬਿਰਕ ਰਹਿ ਗਿਆ ਜਿਹੜਾ ਸੀਨੀਅਰ ਮੀਤ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਮੇਨ ਲੀਡਰ ਦੇ ਤੌਰ ਤੇ। ਬਾਕੀ ਆਗੂਆਂ ਨੇ ਆਪਣਾ ਇੱਕ ਅਲੱਗ ਦਲ ਹਰਿਆਣੇ ਦੇ ਵਿੱਚ ਵੀ ਬਣਾ ਲਿਆ। ਮਤਲਬ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਹਾਰ ਹੋਈ ਜਿਹੜੀ 2022 ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਇੱਕ ਇਹਨਾਂ ਵੱਲੋਂ ਕਮੇਟੀ ਬਣਾਈ ਗਈ ਕਿ ਜਿਹੜੀ ਤੱਥ ਖੋਜ ਕਮੇਟੀ ਜਾਂ ਪੜਤਾਲ ਕਮੇਟੀ ਬਣਾਈ ਗਈ ਸੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਔਰ ਉਸ ਕਮੇਟੀ ਨੇ ਕੁਝ ਸਿਫਾਰਸ਼ਾਂ ਵੀ ਕੀਤੀਆਂ ਔਰ ਉਸ ਸਿਫਾਰਸ਼ਾਂ ਤੋਂ ਬਾਅਦ ਵੀ ਜਿਹੜਾ ਸੁਖਬੀਰ ਬਾਦਲ ਪ੍ਰਧਾਨ ਜਿਹੜੇ ਉਸ ਤਰ੍ਹਾਂ ਹੀ ਬਣੇ ਰਹੇ ਭਾਵੇਂ ਕਿ ਵਿੱਚ ਆਵਾਜ਼ਾਂ ਉੱਠਦੀਆਂ ਰਹੀਆਂ ਉਹਦੇ ਖਿਲਾਫ ਚਾਹੇ ਪ੍ਰੇਮ ਸਿੰਘ ਚੰਦੂਮਾਜਰਾ ਹੋਣੀ ਕਿਸੇ ਬਹਾਨੇ ਕਹਿੰਦੇ ਰਹੇ ਚਾਹੇ ਜਗਮੀਤ ਬਰਾੜ ਹੋਣੀ ਕਹਿੰਦੇ ਰਹੇ
ਪਰ ਅਸੀਂ ਦੇਖਦੇ ਹਾਂ ਕਿ ਹੁਣ ਜਦੋਂ ਸੰਤ ਲੌਂਗੋਵਾਲ ਦੀ ਬਰਸੀ ਸੀ ਤੇ ਉਸ ਦੇ ਮੌਕੇ ਦੇ ਉੱਤੇ ਉਹੀ ਇਕਬਾਲ ਸਿੰਘ ਝੁੰਦਾ ਹੁਣੀ ਉੱਥੇ ਬੋਲੇ, ਤਾਂ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਜਿਹੜਾ ਅਕਾਲੀ ਦਲ ਹੈ ਉਹ ਅਕਾਲੀ ਦਲ ਨਹੀਂ ਰਿਹਾ, ਅਕਾਲੀਆਂ ਨੂੰ ਅਕਾਲੀ ਜਿਹੜੇ ਪੰਥਕ ਸੋਚ ਵਾਲੇ, ਅਕਾਲੀ ਸੋਚ ਵਾਲੇ ਜਿਹੜੀ ਬੰਦੇ ਉਹ ਅੱਗੇ ਆਉਣਗੇ ਤਾਂ ਅਕਾਲੀ ਦਲ ਬਚਦਾ ਹੈ। ਔਰ ਦੂਸਰਾ ਨਾਲ ਉਹਨੇ ਕਿਹਾ ਕਿ ਚੋਰ ਲਟੇਰਿਆਂ ਤੱਕ ਦੇ ਨਾਂ ਉਹਨਾਂ ਨੇ ਲੈ ਕੇ ਉਹ ਵੀ ਵਿੱਚ ਆ ਗਏ। ਸੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਬੰਦਾ ਜਿਸ ਬੰਦੇ ਦੀ ਅਗਵਾਈ 'ਚ ਕਮੇਟੀ ਬਣੀ ਸੀ ਤੇ ਉਸ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਗੱਲ ਹੋਈ ਸੀ, ਪਰ ਉਸ ਤੋਂ ਬਾਅਦ ਫਿਰ ਜਿਸ ਢੰਗ ਨਾਲ ਕਮੇਟੀ ਦੀ ਮੀਟਿੰਗ ਬੁਲਾ ਕੇ ਨਵੇਂ ਸਿਰੇ ਤੋਂ ਪ੍ਰਧਾਨਗੀ ਦੀ ਮੋਹਰ ਲਵਾਈ ਗਈ ਹੈ, ਇਹ ਸਾਰੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਅਸਲ ਦੇ ਵਿੱਚ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਕਵਰ ਅਪ ਕਰਨ ਦੀ ਟਰਾਈ ਕਰਦਾ ਲਗਾਤਾਰ। ਪਹਿਲਾਂ ਵੀ ਬਹੁਤ ਸਾਰੇ ਜਥੇਦਾਰ ਜਿਹੜੇ ਅੰਦਰ ਸੀ, ਜਿਹੜੇ ਅਕਾਲੀ ਕਲਚਰ ਨੂੰ ਜਾਣਦੇ ਸੀ, ਕਹਿੰਦੇ ਰਹੇ ਕਿ ਤੁਹਾਡੇ ਤੋਂ ਗਲਤੀ ਹੋਈ ਹੈ, ਸਿੱਧੇ ਜਾ ਕੇ ਅਕਾਲ ਤਖਤ ਤੇ ਪਛਤਾਤਾਪ ਕਰੋ, ਕਹੋ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ। ਉਦੋਂ ਵੀ ਇਹਨਾਂ ਨੇ ਇੱਧਰ ਉੱਧਰ ਦਾ ਰਸਤਾ ਅਪਣਾਇਆ। ਗਏ ਤਾਂ ਸੀਗੇ ਉੱਥੇ, ਭਾਂਡੇ ਹਾਂਜੀ ਵੀ ਮਾਂਜੇ, ਸਾਰਾ ਕੁਝ ਕੀਤਾ, ਹਾਂਜੀ ਪਰ ਨਾਲ ਇਹ ਕਹਿਤਾ ਵੀ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ। ਲੋਕ ਹੋਰ ਨਾਰਾਜ਼ ਹੋ ਗਏ ਵੀ ਅਜੇ ਜੇ ਗਲਤੀ ਕਹਿੰਦੇ ਜੇ ਤੁਹਾਡੇ ਰਾਜ ਬਾਕੀ ਪ੍ਰਬੰਧ ਹੈ 'ਚ ਸਾਰਾ ਕੁਝ ਹੋਇਆ। ਤੇ ਲੋਕਾਂ ਨੂੰ ਲੱਗਿਆ ਵੀ ਤੁਸੀਂ ਤਾਂ ਵਾਹਿਗੁਰੂ ਨੂੰ ਵੀ ਗੁੰਮਰਾਹ ਕਰ ਰਹੇ ਹੋ, ਉਹਦੇ ਜਿੰਮੇ ਲਾਤੀ ਤੁਸੀਂ ਤਾਂ ਵੀ ਜੇ ਗਲਤੀ ਹੋਈ ਆ ਤਾਂ ਤੁਸੀਂ ਦੇਖ ਲਓ। ਇਹਦੇ ਉਹਦੇ 'ਚ ਨਹੀਂ ਮਤਲਬ ਗਏ, ਉਸ ਰਸਤੇ ਗਏ ਨਹੀਂ। ਫਿਰ ਜਦੋਂ ਇਹ ਆ ਗਈ, ਅਸਲ 'ਚ ਕਮੇਟੀ ਇਹਨਾਂ ਨੇ ਬਣਾਈ ਸੀ, ਸਮੀਖਿਆ ਕਮੇਟੀ, ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ 'ਚ, ਜਿਹੜੇ ਸਕੱਤਰ ਜਨਰਲ ਨੇ, ਜੀ ਵੱਡੀ ਕਮੇਟੀ। ਉਹਨਾਂ ਨੇ ਕਿਹਾ ਵੀ ਐਡੀ ਵੱਡੀ ਕਮੇਟੀ ਕੀ ਕਰੂ। ਲੋਕਾਂ 'ਚੋਂ ਇਹ ਰੌਲਾ ਪੈ ਗਿਆ ਵੀ ਉਹੀ ਕਮੇਟੀ ਬਣਾਤੀ, ਜਿਹੜੇ ਮੇਨ ਫੈਸਲਾ ਕਰਨ ਵਾਲੇ ਕੋਰ ਕਮੇਟੀ ਵਾਲੇ ਨੇ, ਉਹ ਕੀ ਕਰੂਗੀ ਮੁੜ ਕੇ, ਆਪਣੇ ਖਿਲਾਫ ਕੀ ਕਰੂਗੀ। ਫਿਰ ਇੱਕ 13 ਮੈਂਬਰੀ ਸਬ ਕਮੇਟੀ ਬਣਾਈ ਇਕਬਾਲ ਸਿੰਘ ਝੁੰਦਾ ਦੀ ਅਗਵਾਈ 'ਚ। ਜੀ ਉਹਦੇ 'ਚ ਜ਼ਿਆਦਾਤਰ ਬੰਦੇ ਉਹ ਸੀ ਜਿਹੜੇ ਲਗਭਗ ਮੁਕਾਬਲਤਨ ਜੰਗ ਸੀਗੇ ਇਹਨਾਂ ਦੇ ਨਾਲੋਂ, ਦੂਜੀ ਪੀੜ੍ਹੀ ਕਹਿ ਲਓ, ਜਿਹੜੇ ਜੀ ਪੁਰਾਣੇ ਲੀਡਰ ਜੀ ਜਿਹੜੇ ਜੀ ਉਹਦੇ ਜੀ 'ਚੋਂ ਸੀਗੇ। ਹਾਂ, ਔਰ ਉਹਨਾਂ ਨੇ 100 ਤੋਂ ਵੱਧ ਹਲਕਿਆਂ 'ਚ ਗਏ। ਇਹ ਸਾਰੇ ਮੰਨਦੇ ਨੇ 100 ਤੋਂ ਵੱਧ ਹਲਕਿਆਂ 'ਚ, 117 ਟੋਟਲ ਹਲਕੇ ਨੇ। ਜਾ ਕੇ ਕੱਲੇ ਬੰਦੇ ਤੋਂ ਪੁੱਛਿਆ ਤੇ ਉਹ ਕਮੇਟੀ ਦੇ ਵਿੱਚ ਪਹਿਲਾਂ ਰੌਲਾ ਪੈਂਦਾ ਰਿਹਾ। ਉੱਥੇ 7-6 ਹੋ ਗਏ ਸੀ ਬੰਦੇ। 6 ਕਹਿੰਦੇ ਸੀ ਨਹੀਂ ਸੁਖਬੀਰ ਨੂੰ ਐਂ ਰੱਖੋ, ਐਂ ਨਾ ਕਰੋ, ਪਰ ਦੂਜੇ ਕਹਿੰਦੇ ਵੀ ਤੁਸੀਂ ਡਿਸੈਂਟਿੰਗ ਨੋਟ ਦੇ ਦਿਓ ਤੇ ਆਪਾਂ ਤਾਂ ਜੋ ਉਹਨਾਂ ਨਾਲ ਵਾਅਦਾ ਕੀਤਾ। ਔਰ ਇਆਲੀ ਨੇ ਔਨ ਰਿਕਾਰਡ ਕਿਹਾ ਵੀ ਜਦ ਅਸੀਂ ਉੱਥੇ ਜਾਂਦੇ ਸੀ ਹਲਕਿਆਂ 'ਚ, ਜਿਹੜੇ ਵਰਕਰ ਸੀ ਸਾਨੂੰ ਇਹ ਕਹਿੰਦੇ ਸੀ ਕਿ ਤੁਸੀਂ ਤਾਂ ਬਾਦਲਾਂ ਦੇ ਪਾਲਤੂ ਹੋ, ਤੁਸੀਂ ਥੋੜੀ ਰਿਪੋਰਟ ਦੇਣੀ ਹੈ, ਸਾਡੇ ਤੋਂ ਉਹੀ ਆ ਕੇ ਗੁੰਮਰਾਹ ਕਰਨ ਆ ਰਹੇ। ਜੀ ਇੱਥੋਂ ਤੱਕ ਕਿਹਾ, ਉਹ ਕਹਿੰਦੇ ਸਾਨੂੰ ਇੱਥੋਂ ਤੱਕ ਸੁਣਨੀਆਂ ਪਈਆਂ। ਜੀ ਤੇ ਅਸੀਂ ਉਹਨਾਂ ਨਾਲ ਵਾਅਦਾ ਕਰਕੇ ਆਏ ਸੀ ਕਿ ਤੁਸੀਂ ਜੋ ਕਹੋਗੇ ਅਸੀਂ ਹੂ ਬਹੂ ਲਿਖਾਂਗੇ। ਪਾਰਟੀ ਨੇ ਉਹਦੇ ਤੇ ਕੀ ਫੈਸਲਾ ਕਰਨਾ, ਕੀ ਨਹੀਂ ਕਰਨਾ, ਇਹ ਬਾਅਦ ਦੀ ਗੱਲ ਹੈ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਫਿਰ ਉਹ 13 ਮੈਂਬਰੀ ਕਮੇਟੀ ਨੇ ਇੱਕ ਤਰ੍ਹਾਂ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਵੀ ਹੈ ਕਾਫੀ ਹੱਦ ਤੱਕ। ਉਹਦੇ 'ਚ 42 ਉਹਦੇ 'ਚ ਪੁਆਇੰਟ ਨੇ ਜਿਹੜੇ ਜੀ ਇਹਨਾਂ ਨੇ ਦਿੱਤੇ ਨੇ ਕਿ ਕੀ ਕੀਤਾ ਜਾਏ। ਉਸ ਸਭ ਤੋਂ ਬੜਾ ਸਵਾਲ ਇਹੀ ਹੈ ਕਿ ਟੋਟਲ ਲੀਡਰਸ਼ਿਪ ਤਬਦੀਲੀ ਤੋਂ ਬਿਨਾਂ ਅਕਾਲੀ ਦਲ ਰਿਵਾਈਵ ਨਹੀਂ ਹੋਣਾ। ਪਾਰਟੀ ਪ੍ਰਧਾਨ ਦਾ ਜਿਹੜਾ ਸਮਾਂ ਉਹ 10 ਸਾਲਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਿਸੇ ਵੀ ਰੂਪ 'ਚ। ਜੀ ਜੀ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦਾ ਨਿਰੋਲ ਤੌਰ ਤੇ ਬਿਨਾਂ ਸ਼ਰਤ ਪਛਤਾਤਾਪ ਕਰਨਾ ਚਾਹੀਦਾ ਹੈ ਤੇ ਅਕਾਲੀ ਦਲ ਦੀਆਂ ਚੋਣਾਂ ਨੀਚੇ ਤੋਂ ਲੈ ਕੇ ਉੱਪਰ ਤੱਕ ਹੋਣੀਆਂ ਚਾਹੀਦੀਆਂ ਨੇ। ਨੋਮੀਨੇਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਨੇ। ਇੱਕ ਪਰਿਵਾਰ ਨੂੰ ਇੱਕ ਤੋਂ ਜ਼ਿਆਦਾ ਟਿਕਟ ਨਹੀਂ ਮਿਲਣੀ ਚਾਹੀਦੀ, ਅਹੁਦੇਦਾਰੀਆਂ ਨਹੀਂ ਮਿਲਣੀਆਂ ਚਾਹੀਦੀਆਂ। ਕਿੰਨੀਆਂ ਹੀ ਇਹੋ ਜਿਹੀਆਂ ਉਹਦੇ 'ਚ ਗੱਲਾਂ ਨੇ। ਹੁਣ ਜਦੋਂ ਦਬਾਅ ਪਿਆ, ਪਹਿਲਾਂ ਤਾਂ ਉਹ ਵੈਸੇ ਹੀ ਛੱਡਤੀ ਸੀ ਤੇ ਜਦੋਂ ਕੋਰ ਕਮੇਟੀ ਨੇ ਫਿਰ ਮੰਨ ਲਿਆ ਕਿ ਅਸੀਂ ਇਹਨੂੰ ਲਾਗੂ ਕਰਾਂਗੇ, ਲਾਗੂ ਕਰਨ ਤੋਂ ਬਾਅਦ ਆ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਕੋਰ ਕਮੇਟੀ ਨੇ ਇਹਨੂੰ ਮੰਨ ਲਿਆ, ਅਸੀਂ ਲਾਗੂ ਕਰਾਂਗੇ। ਪਰ ਨਾਲ ਦੀ ਨਾਲ ਇੱਕ ਹੋਰ ਸ਼ੁਰੂ ਕਰ ਲਿਆ ਵਰਤਾਂਤ ਕਿ ਉਹਦੇ 'ਚ ਕਿੱਥੇ ਲਿਖਿਆ ਜੀ ਪ੍ਰਧਾਨ ਬਦਲਣਾ। ਪ੍ਰਧਾਨ ਬਦਲਣਾ ਤਾਂ ਹੈ ਹੀ ਨਹੀਂ। ਜੀ ਜੀ ਤੇ ਉਹਦੇ 'ਚ ਇਹ ਤਾਂ ਲਿਖਿਆ ਸਮੁੱਚੀ ਲੀਡਰਸ਼ਿਪ ਬਦਲੋ। ਪ੍ਰਧਾਨ ਲੀਡਰਸ਼ਿਪ ਤੋਂ ਬਾਹਰ ਹੁੰਦਾ। ਵੈਸੇ ਮੈਨੂੰ ਤਾਂ ਇਹ ਪਰਿਭਾਸ਼ਾ ਸਮਝ ਨਹੀਂ ਆਈ ਵੀ ਜੇ ਪ੍ਰਧਾਨ ਲੀਡਰ ਨਹੀਂ ਹੁੰਦਾ, ਹੋਰ ਹੇਠਲੇ ਲੀਡਰ ਹੁੰਦੇ ਨੇ, ਵੀ ਹੇਠਲੇ ਬਦਲ ਦੋ, ਪ੍ਰਧਾਨ ਰੱਖੋ। ਫਿਰ ਇਹ ਗੱਲ ਚੱਲੀ ਅਸਲ ਦੇ ਵਿੱਚ। ਇਆਲੀ ਆਪਣੇ ਸਟੈਂਡ ਤੇ ਕਾਇਮ ਹੈ। ਨਹੀਂ, ਪਹਿਲਾਂ ਵੀ ਮਿਸ ਨਹੀਂ, ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਸੀ ਤਾਂ ਪ੍ਰੈਜ਼ੀਡੀਅਮ ਬਣ ਜਾਂਦੀ ਹੁੰਦੀ ਸੀਗੀ। ਹਾਂ, ਬੜੀ ਵਾਰੇ ਹੋਇਆ ਤੇ ਪਰ ਇਹਨਾਂ ਨੇ ਇਹ ਕੀਤਾ। ਸੁਖਬੀਰ ਬਾਦਲ ਨੇ ਕੋਰ ਕਮੇਟੀ 'ਚ ਕਿਹਾ ਸੀ ਵੀ ਜੇ ਮੇਰੇ ਤੋਂ ਅਸਤੀਫਾ ਲੈਂਦੇ ਹੋ ਤਾਂ ਮੈਂ ਮੁੜ ਕੇ ਨਹੀਂ ਆਉਣਾ, ਚਲੇ ਜਾਣਾ, ਆਪਣਾ ਸੰਭਾਲੋ ਜੋ ਸੰਭਾਲਣਾ, ਮੈਂ ਆਪਣਾ ਕੰਮ ਕਰੂੰਗਾ। ਜੀ ਇੱਕ ਟਾਈਪ ਦੀ ਥ੍ਰੈਟਨਿੰਗ ਟੋਨ ਹੁੰਦੀ ਹੈ ਵੀ ਤੁਹਾਡੇ ਤੋਂ ਚੱਲਣੀ ਨਹੀਂ ਜਾਂ ਜੋ ਵੀ ਤਰੀਕਾ ਹੈਗਾ। ਫਿਰ ਸਭ ਨੇ ਪੈਚ ਅਪ ਜਾ ਕਰ ਲਿਆ। ਇਦੋਂ ਬਾਅਦ ਉਹਨੂੰ ਹੌਸਲਾ ਮਿਲਿਆ ਵੀ ਆਪਾਂ ਇਹ ਵੀ ਕੰਮ ਕਰ ਸਕਦੇ ਹਾਂ। ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਆਪਣੇ ਆਪ ਹੀ ਬਿਨਾਂ ਸਲਾਹ ਨਾਲ ਟੋਟਲ ਢਾਂਚਾ ਭੰਗ ਕਰਤਾ ਅਕਾਲੀ ਦਲ। ਜੀ ਫਿਰ ਕਈ ਬੰਦਿਆਂ ਨੇ, ਜਗਮੀਤ ਬਰਾੜ ਨੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਓਪਨ ਬਿਆਨ ਦਿੱਤੇ ਕਿ ਪ੍ਰਧਾਨ ਨੂੰ ਹੱਕ ਨਹੀਂ ਹੈ ਢਾਂਚਾ ਭੰਗ ਕਰਨ ਦਾ। ਸੰਵਿਧਾਨ ਦੇ ਤੌਰ ਤੇ ਵਰਕਿੰਗ ਕਮੇਟੀ ਫਾਈਨਲ ਹੁੰਦੀ ਹੈ
ਤੇ ਵਰਕਿੰਗ ਕਮੇਟੀ ਇਹ ਫੈਸਲਾ ਲੈ ਸਕਦੇ, ਤੁਸੀਂ ਵਰਕਿੰਗ ਕਮੇਟੀ ਵੀ ਭੰਗ ਕਰਤੀ। ਔਰ ਜਦ ਉਸ ਤੋਂ ਬਾਅਦ ਕਿਉਂਕਿ ਰਿਵਾਜ ਨਹੀਂ ਚੱਲ ਜੀ ਵੱਧ ਤੋਂ ਵੱਧ ਵਰਕਿੰਗ ਹਾਂਜੀ ਕਮੇਟੀ ਜਿਹੜੀ ਬਣਾਈ, ਜੇ ਤੁਸੀਂ ਦੇਖੋ 2019 ਚ ਅਕਾਲੀ ਦਲ ਦਾ ਇਜਲਾਸ ਹੁੰਦਾ ਦਸੰਬਰ ਚ, 14 ਦਸੰਬਰ ਨੂੰ। ਵਰਕਿੰਗ ਕਮੇਟੀ ਮਾਰਚ 2021 ਚ ਬਣਾਉਂਦੇ ਨੇ ਆ ਕੇ। ਵਰਕਿੰਗ ਕਮੇਟੀ ਉਹਦੀ 2 ਸਾਲ ਤੇ ਜਿਹੜੀ ਪਾਰਟੀ ਦੀ, ਤੇ ਉਹ ਪਾਰਟੀ ਕਿਵੇਂ ਕਹੂਗੀ ਕਿ ਸੰਵਿਧਾਨ ਮੁਤਾਬਕ ਕੰਮ ਹੋ ਰਿਹਾ। ਤੇ ਉਦੋਂ ਬਾਅਦ ਜਦੋਂ ਇਹ ਰੌਲਾ ਪਿਆ, ਫਿਰ ਉਹਨਾਂ ਨੇ ਆਪਣੀ ਗਲਤੀ ਸੁਧਾਰੀ। ਉਹਨਾਂ ਨੇ ਕਿਹਾ ਵੀ ਤਕਨੀਕੀ ਤੌਰ ਤੇ ਪ੍ਰੈਸ ਨੋਟ 'ਚ ਗਲਤ ਕਿਹਾ ਗਿਆ ਸੀ, ਅਸੀਂ ਵਰਕਿੰਗ ਕਮੇਟੀ ਨਹੀਂ ਭੰਗ ਕੀਤੀ, ਬਾਕੀ ਤਾਂ ਭੰਗ ਕਰਤੀਆਂ। ਤੇ ਫਿਰ ਇੱਕ ਚੱਲਦੇ ਦੌਰਾਨ ਇਹ ਸਭ ਕੁਝ ਭੰਗ ਸੀ। ਪ੍ਰਧਾਨ ਜੀ ਇੱਕ ਨਵੀਂ ਕਮੇਟੀ ਬਣਾ ਦਿੰਦੇ ਨੇ, ਜਿਹਨੂੰ ਅਨੁਸ਼ਾਸਨ ਕਮੇਟੀ ਕਹਿੰਦੇ ਨੇ, ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ। ਜੀ ਜੀ ਜੇ ਸਭ ਕੁਝ ਭੰਗ ਹੈ, ਬਿਨਾਂ ਸੰਵਾਦ, ਬਿਨਾਂ ਡਿਸਕੋਰਸ ਸ਼ੁਰੂ ਕੀਤੇ, ਤੁਸੀਂ ਮਨਮਰਜ਼ੀ ਦੀਆਂ ਕਮੇਟੀਆਂ ਕਿਵੇਂ ਬਣਾ ਸਕਦੇ ਹੋ ਫਿਰ ਕਿਸੇ ਟਾਈਪ ਦੀਆਂ? ਉਹ ਇਸੇ ਲਈ ਬਣਾ ਸਕਦੇ ਸੀ ਵੀ ਇਆਲੀ, ਜਗਮੀਤ ਬਰਾੜ, ਇਹਨਾਂ ਖਿਲਾਫ ਕਾਰਵਾਈ ਲੱਭੀ ਜਾਏ ਤਾਂ ਜਾਂ ਥ੍ਰੈਟ ਕੀਤਾ ਜਾਏ, ਕੁਛ ਨਾ ਕੁਛ ਉਹ ਕੀਤਾ ਜਾਏ। ਜੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦ ਲਈ। ਜ਼ਿਲ੍ਹਾ ਪ੍ਰਧਾਨ ਵੀ ਤਾਂ ਭੰਗ ਨੇ, ਤਾਂ ਉਹ ਜ਼ਿਲ੍ਹਾ ਪ੍ਰਧਾਨ ਕਿਵੇਂ ਹੋਗੇ ਜਿਨ੍ਹਾਂ ਦੀ ਮੀਟਿੰਗ ਸੱਦ ਲਈ ਮੁੜ ਕੇ? ਬਿਲਕੁਲ ਠੀਕ। ਤੇ ਉਹ ਜ਼ਿਲ੍ਹਾ ਪ੍ਰਧਾਨਾਂ ਤੋਂ ਇੱਕ ਕਹਾਇਆ ਉਸ ਦਿਨ ਜੋ ਰੌਂ ਸੀ, ਸਭ ਨੇ ਦੇਖਿਆ ਜੋ ਬਲਟੋਆ ਉਹਨਾਂ ਦਾ ਜਾਂ ਬਾਕੀ ਦਾ, ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ, ਪ੍ਰਧਾਨ ਹਨ ਤੇ ਪ੍ਰਧਾਨ ਰਹਿਣਗੇ। ਜਿਹਨੇ ਜੀ ਜੀ ਸਾਡੇ ਪ੍ਰਧਾਨ ਖਿਲਾਫ ਕੁਝ ਵੀ ਬੋਲਿਆ ਉਹ ਖਮਿਆਜਾ ਭੁਗਤਣ ਲਈ ਤਿਆਰ ਰਹੇ। ਮਤਲਬ ਇਹ ਜੀ ਥ੍ਰੈਟਨਿੰਗ ਟੋਨ ਜਿਹੜੀ ਸੀ ਉਸ ਲੈਵਲ ਤੇ ਚਲੀ ਗਈ। ਇਹ ਤਾਂ ਕੁਦਰਤੀ ਦੂਜੇ ਦਿਨ ਹੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ। ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਫਿਰ ਗੱਲ ਇੱਥੋਂ ਸ਼ੁਰੂ ਹੋਈ ਵੀ ਜੇ ਤਾਂ ਆਹ ਤਰੀਕਾ ਤੁਸੀਂ ਅਪਣਾਉਣਾ ਤਾਂ ਪਾਰਟੀ 'ਚ ਕਾਫੀ ਆਗੂਆਂ ਨੂੰ ਬੋਲਣਾ ਪਏਗਾ। ਕਿੰਨਿਆਂ ਨੂੰ ਇਹਨਾਂ ਦੀ ਤਿਆਰੀ ਸੀ ਵੀ ਜਗਮੀਤ ਤੇ ਆਲੀ ਖਿਲਾਫ ਐਕਸ਼ਨ ਲੈ ਲਓ, ਦੂਜੇ ਡਰ ਜਾਣਗੇ। ਪਰ ਉੱਥੇ ਇੱਕ ਸੀਨੀਅਰ ਲੀਡਰ ਨੇ ਇਹ ਕਿਹਾ ਕਿ ਵੀ ਇਹ ਰਾਹ ਪੈ ਗਏ ਫਿਰ ਤਾਂ ਕੰਮ ਗੜਬੜ ਹੈ, ਫਿਰ ਤਾਂ ਸਮਝ ਲਓ ਕਿ ਅਕਾਲੀ ਦਲ ਹੁਣੇ ਤੋਂ ਇੱਕ ਦੌੜ 'ਚ ਹੈ, ਫਿਰ ਅਸੀਂ ਇਹਦੇ ਸੁਧਾਰ ਦੀ ਗੱਲ ਨਹੀਂ ਕਰ ਰਹੇ। ਇਸ ਕਰਕੇ ਜਿਹਨੇ ਜੋ ਕਿਹਾ, ਹਰ ਇੱਕ ਨੂੰ ਹੱਕ ਹੈ ਆਪਣੀ ਰਾਏ ਰੱਖਣ ਦਾ। ਰਾਏ ਰੱਖਤੀ, ਫੈਸਲਾ ਪਾਰਟੀ ਇਹ ਤੋਂ ਬਾਅਦ ਕਰੂਗੀ। ਪ੍ਰਧਾਨ ਜੀ ਨੇ ਜਾਣਾ ਹਫ਼ਤੇ ਲਈ ਬਾਹਰ, ਉਹਨਾਂ ਚਿਰ ਚੁੱਪ ਕਰ ਜਾਓ, ਪ੍ਰੈਜ਼ੀਡੀਅਮ ਬਣਾਓ। ਨਹੀਂ, ਇਹ ਪ੍ਰੈਜ਼ੀਡੀਅਮ ਦੀ ਗੱਲ ਆਈ ਹੈ ਉਸ ਮੀਟਿੰਗ 'ਚ ਜੀ ਕਿ ਕੋਈ ਵੀ ਪ੍ਰਧਾਨ ਨਾ ਬਣੇ। ਠੀਕ ਆ, ਉਹ ਮੰਨੀ ਨਹੀਂ ਗਈ। ਉੱਥੇ ਵੀ ਕਹਿੰਦੇ ਨੇ ਸੁਖਬੀਰ ਉਹਨਾਂ ਨੇ ਇਹੀ ਕਿਹਾ ਵੀ ਜੇ ਫਿਰ ਐ ਪ੍ਰੈਜ਼ੀਡੀਅਮ ਬਣਾਉਣੀ ਹੈ ਤਾਂ ਤੁਹਾਡੀ ਇੱਛਾ, ਮੈਂ ਨਹੀਂ ਆਊਂਗਾ। ਉਹਦਾ ਦਾ ਅਪਰੋਚ ਇਹੀ ਹੈ। ਪਰ ਉਸਨੇ ਉਹ ਥ੍ਰੈਟਨਿੰਗ ਟੋਨ ਬੰਦ ਕਰਤੀ। ਉਦੋਂ ਬਾਅਦ ਟੋਨ ਬਦਲ ਗਈ ਸਭ ਦੀ। ਉਦੋਂ ਬਾਅਦ ਕਿਹਾ ਕੋਈ ਨਹੀਂ, ਆਲੀ ਵੀ ਸਾਡਾ ਬੰਦਾ ਹੈ, ਕੋਈ ਨਹੀਂ ਬਾਕੀ ਵੀ ਬੰਦੇ। ਕਾਰਵਾਈ ਕਿਸੇ ਖਿਲਾਫ ਕਰਨ ਦੀ ਨਹੀਂ ਹਿੰਮਤ ਹੋਈ ਉਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ। ਤੇ ਅਜੇ ਹੁਣ ਪ੍ਰਧਾਨ ਜੀ ਚਲੇ ਗਏ ਨੇ, ਇਆਲੀ ਅੱਜ ਵੀ ਆਪਣੀ ਗੱਲ ਤੇ ਕਾਇਮ ਹੈ। ਤੇ ਉਦੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ, ਇਕਬਾਲ ਸਿੰਘ ਝੁੰਦਾ ਉਹਨਾਂ ਨੇ, ਉਹ ਜ਼ਿਲ੍ਹਾ ਪ੍ਰਧਾਨ ਵੀ ਨੇ ਸੰਗਰੂਰ ਦੇ, ਇਹਦਾ ਮਤਲਬ ਪ੍ਰਧਾਨਾਂ ਵਾਲੀ ਮੀਟਿੰਗ ਵੀ ਸੀ ਤੇ ਇਸ ਕਮੇਟੀ ਦੇ ਮੁਖੀ ਵੀ ਨੇ। ਸੰਤ ਲੌਂਗੋਵਾਲ ਦੀ ਬਰਸੀ ਤੇ ਜਿਹੜੀ ਉਹਨਾਂ ਦੀ ਇੱਕ ਅਪਰੋਚ ਸੀ, ਇਹ ਬਿਲਕੁਲ ਕਲੀਅਰ ਹੈ ਕਿ ਪਾਰਟੀ ਦੇ ਅੰਦਰ ਅਜੇ ਸਭ ਕੁਝ ਠੀਕ ਨਹੀਂ ਹੈ। ਉਵੇਂ ਹੀ ਪੈਚ ਅਪ ਕਰਕੇ ਨਹੀਂ ਚੱਲਣਾ। ਹੁਣ ਜਿਹੜਾ ਉਹਨਾਂ ਨੇ ਕਿਹਾ ਕਿ ਲੌਂਗੋਵਾਲ ਵਰਗਾ ਲੀਡਰ ਚਾਹੀਦਾ, ਬਿਲਕੁਲ ਲੌਂਗੋਵਾਲ ਠੀਕ। ਦੀਆਂ ਦੋ ਗੱਲਾਂ ਨੇ। ਲੌਂਗੋਵਾਲ ਦੇ ਵਿੱਚ ਦੋ ਗੱਲਾਂ ਨੇ। ਇੱਕ ਤਾਂ ਜਦੋਂ ਪਾਣੀ ਦਾ ਸਮਝੌਤਾ ਕੀਤਾ, ਉਦੋਂ ਇੱਕ ਧਿਰ ਉਹਨਾਂ ਨੂੰ ਕਹਿੰਦੀ ਹੈ ਗਦਾਰ ਹੈ, ਸਮਝੌਤਾ ਗਲਤ ਕੀਤਾ। ਪਰ ਦੂਜੇ ਪਾਸੇ ਇਹ ਵੀ ਸੀ ਕਿ ਜਦੋਂ ਅਕਾਲੀ ਦਲ ਸੰਕਟ ਸੀ, ਉਹ ਪ੍ਰਧਾਨ ਬਣੇ, ਮੋਰਚਾ ਡਿਕਟੇਟਰ ਬਣੇ। ਸਾਰਾ ਜਿਹੜਾ ਧਰਮ ਯੁੱਧ ਮੋਰਚਾ ਚੱਲਿਆ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਿਆ। ਤੇ ਹਿਸਟਰੀ 'ਚ ਉਹਨਾਂ ਨੇ 2 ਵਾਰ ਟਿਕਟ ਵੀ ਡਿਨਾਈ ਕੀਤੀ, ਜਿਹੜੀ ਉਹਨਾਂ ਨੂੰ ਮੈਂ ਨਹੀਂ ਇਹ ਲੜਨੀ, ਚਲੋ ਤੁਸੀਂ ਜਿਹਨੂੰ ਮਰਜ਼ੀ ਦੇ ਦਿਓ। ਇੱਕ ਵਾਰ ਤਾਂ ਰਾਮੂ ਵਾਲੀਆ ਨੂੰ ਦੇਤੀ, ਇੱਕ ਵਾਰ ਪਤਾ ਨਹੀਂ ਹੋਰ ਕਿਹਨੂੰ ਦੇਤੀ। ਵੀ ਇਹ ਤਿਆਗ ਦੀ ਜਿਹੜੀ ਇੱਕ ਭਾਵਨਾ ਉਹਨਾਂ ਨੇ ਇਸ ਐਂਗਲ 'ਚੋਂ ਕਹੀ ਕਿ ਸਾਨੂੰ ਤਿਆਗ ਤੇ ਕੁਰਬਾਨੀ ਵਾਲੇ ਲੀਡਰ ਚਾਹੀਦੇ ਨੇ। ਲੀਡਰ ਚਾਹੀਦੇ। ਤੇ ਉਹੇ ਜੇ, ਇਹਦਾ ਮਤਲਬ ਸਿੱਧਾ ਹੈ ਕਿ ਉਹ ਜਿਹੇ ਲੀਡਰ ਜਿਹੜਾ ਸੀਟ ਛੱਡ ਦਿੰਦਾ ਤੇ ਪ੍ਰਧਾਨਗੀ ਛੱਡ ਦਿੰਦਾ, ਸਭ ਕੁਝ ਚੀਜ਼ਾਂ ਨੇ। ਨਾਲ ਦੀ ਨਾਲ ਉਹਨਾਂ ਨੇ ਇਹ ਕਹੀ ਗੱਲ ਤੁਹਾਡੇ ਠੀਕ ਹੈ ਕਿ ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਰਹਿ ਗਿਆ। ਇੱਥੇ ਗੁੰਡੇ ਬਦਮਾਸ਼ਾਂ ਦੇ ਟੋਲੇ ਵੀ ਭਰਤੀ ਕਰ ਲਏ ਨੇ ਅਸੀਂ, ਜੀ ਜੀ ਜਿਹਦਾ ਅਕਸ ਹੀ ਅਕਾਲੀ ਦਲ ਵਰਗਾ ਨਹੀਂ ਹੈ। ਹੁਣ ਉਹ ਭਰਤੀ ਕਿਹਨੇ ਕੀਤੇ? ਉਹ ਕਦੋਂ ਆਏ ਨੇ? ਉਹ ਜਦੋਂ ਤੋਂ ਸੁਖਬੀਰ ਸਿੰਘ ਦੀ ਪ੍ਰਧਾਨਗੀ ਆਈ ਆ ਉਦੋਂ ਬਾਅਦ ਹੀ ਆਏ ਨੇ ਨਾ। ਜ਼ਿਆਦਾ ਬਾਹਰ ਭਰਤੀ ਆਏ। ਜਿਹੜੀ ਆਪਾਂ ਬਿਲਕੁਲ ਸਾਰਿਆਂ ਦੀ ਗੱਲ ਕਰਦੇ ਸੀ ਕਿ ਅਕਾਲੀ ਦਲ ਦਾ ਹੁਣ ਨਕਸ਼ਾ ਬਦਲ ਗਿਆ, ਅਕਸ ਬਦਲ ਗਿਆ। ਇਹੋ ਜਿਹੀਆਂ ਹਾਰਡ ਹਿੱਟਡ ਗੱਲਾਂ ਕਹਿਣਾ ਜਨਤਕ ਸਟੇਜ ਤੇ, ਜਿੱਥੇ ਪ੍ਰਧਾਨ ਤੋਂ ਬਿਨਾਂ ਸਾਰੀ ਲੀਡਰਸ਼ਿਪ ਬੈਠੀ ਹੈ। ਔਰ ਮੈਨੂੰ ਲੱਗਦਾ ਕਿ ਅਜੇ ਤੱਕ ਕਿਸੇ ਇੱਕ ਦਾ ਵੀ ਝੁੰਦਾ ਖਿਲਾਫ ਬਿਆਨ ਨਹੀਂ ਆਇਆ। ਨਹੀਂ ਅਜੇ ਤੱਕ ਨਾ ਤਾਂ ਮੈਂ ਕਿਸੇ ਨੇ। ਦੇਖਿਆ ਨਹੀਂ ਕਿ ਹਾਂ ਕਿਸੇ ਇੱਕ ਬਿਲਕੁਲ ਦਾ ਵੀ ਆਇਆ ਹੋਵੇ। ਇਹਦਾ ਮਤਲਬ ਚੁੱਪ ਸਹਿਮਤੀ ਕਿੰਨੇ ਕੁ ਵਰਕਰਾਂ ਦੀ ਅੰਦਰ ਪਾਰਟੀ ਦੇ ਹੋਏਗੀ, ਇਹ ਸਭ ਦੇ ਸਾਹਮਣੇ ਹੈ। ਤੇ ਇਹ ਬਹੁਤ ਵੱਡਾ ਕ੍ਰਾਈਸਿਸ ਅਕਾਲੀ ਦਲ ਦੇ ਵਿੱਚ ਚੱਲ ਰਿਹਾ, ਪੈਚ ਅਪ ਹੋਣਾ। ਹੁਣ ਮੈਂ ਕਿਸੇ ਨਾਲ ਗੱਲ ਕੀਤੀ, ਮੁਸ਼ਕਲ ਲੱਗਦਾ ਪੈਚ ਅਪ ਹੋਣਾ।
ਮੈਨੂੰ ਇਹ ਲੱਗਦਾ ਤਬਦੀਲੀ ਤੋਂ ਬਿਨਾਂ ਮੁਸ਼ਕਲ ਲੱਗਦਾ ਹੈ। ਜੇ ਤਾਂ ਤਬਦੀਲੀ ਹੋਏਗੀ, ਔਰ ਜਿਸ ਤਰ੍ਹਾਂ ਉਹਨਾਂ ਦਾ ਤੁਸੀਂ ਇਹ ਕਹਿਣਾ ਕਿ ਹੁਣ ਸਾਡੇ ਸਾਹਮਣੇ ਦੋ ਸਵਾਲ ਨੇ, ਸੁਖਬੀਰ ਦੀ ਪ੍ਰਧਾਨਗੀ ਬਚਾਉਣਾ ਜਾਂ ਅਕਾਲੀ ਦਲ ਨੂੰ ਮੁੜ ਕੇ ਖੜਾ ਕਰਨਾ, ਦੋਨਾਂ ਚੋਂ ਚੁਣਨਾ ਕਿਹੜਾ ਹੈ? ਇੱਕ ਦੀ ਚੋਣ ਕਰਨੀ ਪਏਗੀ। ਇੱਕ ਦੀ ਚੋਣ ਕਰਨੀ ਪਏਗੀ। ਔਰ ਜਿਹੜਾ ਬਹੁਤਾ ਬੰਦਾ ਜਾਂ ਕਮੇਟੀ ਦੇ ਜਿਹੜੇ ਬਹੁਤੇ ਮੈਂਬਰ ਸੀ ਜਾਂ ਜਿਹੜੇ ਹੇਠਲੇ ਕਾਰਕੁਨ ਨੇ, ਜਿਹੜੀ ਹੇਠੋਂ ਆਵਾਜ਼ਾਂ ਆ ਰਹੀਆਂ ਨੇ, ਆ ਜੀ ਕੁਝ ਜੀ ਦਿਨ ਪਹਿਲਾਂ ਇੱਥੇ ਚਮਕੌਰ ਸਾਹਿਬ ਹਲਕੇ ਦੇ ਸਾਰੇ ਬੰਦੇ ਇਕੱਠੇ ਹੋਏ ਨੇ, ਉਹ ਵੀ ਇੱਕ ਵੀਡੀਓ ਚੱਲ ਰਹੀ ਹੈ। ਉਹ ਕਹਿੰਦੇ ਸਾਨੂੰ ਤਾਂ ਕਦੇ ਪੁੱਛਿਆ ਹੀ ਨਹੀਂ ਗਿਆ, ਅਸੀਂ ਨਹੀਂ ਚੱਲ ਸਕਦੇ ਇਸ ਤਰੀਕੇ ਨਾਲ, ਜਿਹੜਾ ਮਰਜ਼ੀ ਬਾਹਰੋਂ ਲਿਆ ਕੇ ਬੰਦਾ ਥੋਪ ਦਿੰਦੇ ਹੋ ਤੁਸੀਂ, ਇਹ ਕਿਹੜੀ ਗੱਲ ਹੋਈ? ਸਾਡੇ ਤਾਂ ਇਲਾਕੇ 'ਚੋਂ ਕਦੇ ਬੰਦਾ ਨਹੀਂ ਚੁਣਿਆ ਗਿਆ। ਜੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦਿਖਾਈ ਦੇਣ ਲੱਗ ਗਈਆਂ, ਹੇਠੋਂ ਵਰਕਰਾਂ ਦੀਆਂ ਭਾਵਨਾਵਾਂ ਜਿਹੜੀਆਂ। ਔਰ ਜਿਵੇਂ ਜਿਵੇਂ ਅਕਾਲੀ ਦਲ ਕਮਜ਼ੋਰ ਹੋ ਰਿਹਾ, ਹਰਿਆਣਾ, ਦਿੱਲੀ ਪੰਖ ਕੱਟਦੇ ਜਾ ਰਹੇ ਨੇ, ਇੱਥੇ ਦੀ ਗੱਲ ਹੋ ਰਹੀ ਹੈ। ਹੁਣ ਜਦੋਂ ਸੁਖਬੀਰ ਬਾਦਲ ਵਾਪਸ ਆ ਜਾਂਦੇ ਨੇ, ਤੇ ਮੈਨੂੰ ਲੱਗਦਾ ਅਗਲਾ ਜਿਹੜਾ ਚੁਣੌਤੀ ਸਭ ਤੋਂ ਵੱਡੀ ਇਹ ਹੋਏਗੀ। ਤੇ ਕੁਝ ਲੋਕ ਇਹ ਕਹਿ ਰਹੇ ਨੇ, ਇੱਕ ਧਿਰ ਉਹਦੇ ਚ ਵੱਡੀ ਜਿਹੜੀ ਸੁਖਬੀਰ ਦੇ ਹਮਾਇਤੀ ਜ਼ਿਆਦਾ ਹੈ, ਜੀ ਉਹ ਕਹਿੰਦੇ ਨੇ ਪ੍ਰਧਾਨਗੀ ਵਾਲਾ ਰੱਖ ਲਓ ਕੱਲਾ, ਬਾਕੀ ਲਾਗੂ ਕਰ ਦਿੰਦੇ ਆ ਉਹਦੀ ਵਾਲਾ, ਆਪਾਂ ਜੀ ਪ੍ਰਧਾਨਗੀ ਵਾਲਾ ਵੀ ਲਾਗੂ ਕਰ ਲੈਂਦੇ ਆ ਕੇਵਲ ਇੱਕ ਗੱਲ ਤੋਂ। ਉਹ ਕਹਿੰਦੇ ਵੀ ਆਪਾਂ ਪੁਰਾਣਾ ਨਾ ਲਾਗੂ ਕਰੋ ਰੈਟਰੋਸਪੈਕਟਿਵਲੀ, ਜਿਹੜਾ 10 ਸਾਲ ਦਾ ਟੈਨਿਓਰ ਆ ਹੁਣ ਤੋਂ ਗਿਣ ਲਓ ਸੁਖਬੀਰ ਬਾਦਲ ਦਾ, ਜੀ ਇਦੋਂ ਅੱਗੇ। ਹਾਲਾਂਕਿ ਉਹ 2008 ਚ ਜਨਵਰੀ 2008 ਚ ਪ੍ਰਧਾਨ ਬਣੇ 8 ਨੇ, ਬਣ ਗਏ ਸੀ। ਜਨਵਰੀ 2008 ਚ ਪ੍ਰਧਾਨ ਬਣ ਗਏ ਸੀ। ਜੇ ਲਾਓ ਤਾਂ ਉਹਨਾਂ ਨੂੰ ਲਗਭਗ 14 ਸਾਲ ਹੋ ਗਏ। ਪਰ ਉਹ ਦਲੀਲ ਦੇ ਰਹੇ ਨੇ ਕਿ ਅਗਲੇ 10 ਸਾਲ ਹੋਰ ਦੇ ਦਿਓ, ਆਪਾਂ ਹੁਣ ਤੋਂ ਸ਼ੁਰੂ ਕਰ ਦਾਂਗੇ। ਝੁੰਦਾ ਕਮੇਟੀ ਦੀ ਗੱਲ ਵੀ ਮੰਨ ਲਓ, ਤੇ ਇਹ ਹੈ ਰੌਲਾ, ਇਹੀ ਹੈ ਕਿ ਲੋਕ ਉਹੀ ਮੰਨਣ ਲਈ ਤਿਆਰ ਨਹੀਂ ਹੈ। ਸਭ ਤੋਂ ਠੀਕ ਬੜਾ ਕੁਐਸਚਨ ਉੱਥੇ ਆ ਕੇ ਖੜਾ ਹੋਇਆ। ਹੁਣ ਉਹ ਕੀ ਕਰਨਗੇ, ਇਹ ਸਭ ਦੇ ਸਾਹਮਣੇ ਬਹੁਤ ਬੜਾ ਇੱਕ ਸਵਾਲ ਅਕਾਲੀ ਦਲ ਦੇ ਸਾਹਮਣੇ ਹੈ, ਜਿਸ ਤਰ੍ਹਾਂ ਸੂਬੇ ਦੀ ਜੀ ਸਭ ਤੋਂ ਪੁਰਾਣੀ ਪਾਰਟੀ ਦੇ ਸਾਹਮਣੇ ਹੈ। ਔਰ ਪੰਜਾਬੀਆਂ ਦੇ ਵਿੱਚ ਇੱਕ ਗੱਲ ਕਲੀਅਰ ਹੈ, ਅਕਾਲੀ ਦਲ ਦੇ ਕੇਡਰ 'ਚ ਵੀ, ਪੰਥ 'ਚ ਵੀ, ਕਿ ਅਕਾਲੀ ਦਲ ਕਰਕੇ ਖੇਤਰੀ ਪਾਰਟੀ ਦੀ ਪੰਜਾਬ 'ਚ ਜ਼ਰੂਰਤ ਹੈ, ਉਹ ਮਰਨੀ ਨਹੀਂ ਚਾਹੀਦੀ। ਪਰ ਜੇ ਇਸੇ ਰਸਤੇ ਚੱਲਦੇ ਗਏ ਤਾਂ ਪੰਜਾਬੀ ਇਹ ਮਹਿਸੂਸ ਕਰਦੇ ਨੇ ਫਿਰ ਇਹੋ ਜਿਹੀ ਪਾਰਟੀ ਨੂੰ ਨਹੀਂ ਅਸੀਂ ਬਚਾ ਸਕਦੇ। ਅਸੀਂ ਕਿਸੇ ਇਹੋ ਜਿਹੀ ਪਾਰਟੀ ਨੂੰ ਬਚਾ ਸਕਦੇ ਹਾਂ ਜਿਹੜੀ ਬਦਲੇ ਹੋਏ ਏਜੰਡੇ ਤੇ ਆਏਗੀ, ਪੰਜਾਬ ਦੀਆਂ ਮੰਗਾਂ ਤੇ ਆਏਗੀ, ਪੰਜਾਬ ਲਈ ਲੜੇਗੀ, ਹਾਂ, ਪੰਜਾਬ ਦੇ ਤੁਸੀਂ ਲੋਕਾਂ ਲਈ ਹਮੇਸ਼ਾ ਹੀ ਖੜੇ। ਜਿਸ ਤਰ੍ਹਾਂ ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਹੈ, ਔਰ 102 ਸਾਲ ਪੁਰਾਣੀ ਪਾਰਟੀ, ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹਨੇ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਲਈ ਮੋਰਚੇ ਲਾਏ, ਜਿਸ ਨੇ ਪੰਜਾਬ ਦੇ ਹਿੱਤਾਂ ਦੇ ਲਈ ਮੋਰਚੇ ਲਾਏ, ਜਿਸ ਨੇ ਘੱਟ ਗਿਣਤੀਆਂ ਦੇ ਹਮਲੇ ਹੁੰਦੇ ਸੀ ਉਦੋਂ ਡਟ ਕੇ ਉਹਨਾਂ ਦਾ ਵਿਰੋਧ ਕੀਤਾ। ਔਰ ਇਹਨਾਂ ਗੱਲਾਂ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀਗਾ, ਔਰ ਉਹਦੇ ਅੰਦਰ ਵੀ ਇੱਕ ਜਮਹੂਰੀ ਢਾਂਚਾ ਸੀਗਾ, ਜਿਹੜੀ ਚੋਣ ਹੁੰਦੀ ਸੀ। ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਅਕਾਲੀ ਦਲ ਦੇ ਅੰਦਰ ਵੀ ਬਣੀ ਹੈ। ਔਰ ਅਸੀਂ ਦੇਖਦੇ ਹਾਂ ਕਿ 96-97 ਤੋਂ ਬਾਅਦ ਲਗਾਤਾਰ ਅਕਾਲੀ ਦਲ ਨੇ ਆਪਣੇ ਪਹਿਲੇ ਏਜੰਡੇ ਵੀ ਛੱਡ ਦਿੱਤੇ, ਔਰ ਜਿਹੜਾ ਅੰਦਰ ਜਮਹੂਰੀ ਢਾਂਚਾ ਸੀ ਉਸ ਨੂੰ ਵੀ ਖਤਮ ਕਰਤਾ। ਇਸ ਸਥਿਤੀ ਦੇ ਵਿੱਚ ਹੁਣ ਅਕਾਲੀ ਦਲ, ਜਿਸ ਤੁਸੀਂ ਗੱਲ ਕੀਤੀ ਹੈ, ਉਹਦੇ ਆ ਰਿਹਾ। ਔਰ ਖੇਤਰੀ ਪਾਰਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਉਸਦੇ ਤੇ ਵੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਪੰਜਾਬ ਦੇ ਸਾਰੇ ਲੋਕ ਇਹ ਚਾਹੁੰਦੇ ਆ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ, ਬਚਣੀ ਚਾਹੀਦੀ ਹੈ, ਤਾਂ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਹੋ ਸਕਦੀ ਹੈ। ਪਰ ਜਿਸ ਢੰਗ ਨਾਲ ਹੁਣ ਫੇਰ ਨਵੇਂ ਸਿਰੇ ਤੋਂ ਅਕਾਲੀ ਦਲ ਨੇ ਰਾਸ਼ਟਰਪਤੀ ਦੀਆਂ ਚੋਣਾਂ ਵੇਲੇ ਐਨਡੀਏ ਨਾਲ ਫੇਰ ਸਾਂਝ ਪਾਈ, ਤੁਹਾਨੂੰ ਲੱਗਦਾ ਨਹੀਂ ਕਿ ਜੇ ਲੀਡਰਸ਼ਿਪ ਤਬਦੀਲੀ ਨਹੀਂ ਆਉਂਦੀ ਤਾਂ ਫੇਰ ਇਹ ਗੱਲ ਉਸੇ ਪਾਸੇ ਜਾਏਗੀ? ਔਰ ਅਕਾਲੀ ਦਲ ਦਾ ਜਿਹੜਾ ਪਿਛਲਾ ਜਿਸ ਤਰ੍ਹਾਂ ਦਾ ਉਹਨਾਂ ਦਾ ਚਰਿੱਤਰ ਸੀਗਾ, ਜਿਸ ਨੂੰ ਬਹਾਲ ਕਰਨਾ ਚਾਹੁੰਦੇ ਆ, ਖਾਸ ਕਰਕੇ ਸਿੱਖ ਹਲਕੇ, ਪੰਥਕ ਹਲਕੇ, ਤੇ ਜਿਹੜੀ ਲੀਡਰਸ਼ਿਪ ਤਬਦੀਲੀ ਦੇ ਹੱਕ 'ਚ ਹੈ, ਉਹ ਤਾਂ ਉਸ ਦੇ ਵਿੱਚ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਬਹੁਤ ਵੱਡਾ ਫਰਕ ਹੈ। ਤੁਸੀਂ ਦੇਖੋ ਕਿ 1975 ਦੀ ਜਿਹੜੀ ਐਮਰਜੈਂਸੀ ਲੱਗੀ, ਜੀ ਅਕਾਲੀ ਲੀਡਰਾਂ ਨੂੰ ਤਾਂ ਉਹਨਾਂ ਨੇ ਇਹ ਕਿਹਾ ਸੀ, ਇੰਦਰਾ ਗਾਂਧੀ ਨੇ ਉਹ ਕਹਿੰਦੇ ਨੇ ਬੁਲਾ ਕੇ ਵੀ ਕਿਹਾ ਕਿ ਸਾਨੂੰ ਵੀ ਤੁਸੀਂ ਆਪਣਾ ਪੰਜਾਬ 'ਚ ਰਾਜ ਕਰੀ ਜਾਓ, ਮੇਰਾ ਤੁਹਾਡੇ ਨਾਲ ਥੋੜੀ ਵਿਰੋਧ ਹੈ, ਤੁਸੀਂ ਕਿਉਂ ਪੰਗਾ ਲੈ ਵਿਰੋਧ ਰਹੇ ਹੈ, ਹੋ, ਬਿਲਕੁਲ ਠੀਕ, ਹੈ ਬਿਲਕੁਲ ਨਾ? ਠੀਕ। ਤੇ ਇਹਨਾਂ ਨੇ ਕਿਹਾ ਵੀ ਨਹੀਂ, ਅਸੀਂ ਮਨੁੱਖੀ ਅਧਿਕਾਰਾਂ ਦੇ ਸਿਧਾਂਤਕ ਸਟੈਂਡ ਲੈ ਰਹੇ ਹਾਂ, ਪਾਵਰ ਲਈ ਨਹੀਂ ਅਸੀਂ। ਹਾਂ, ਜੀ ਆ ਜਿਹੜਾ ਪਿਛਲੇ ਦਿਨਾਂ 'ਚ ਦੋ ਸਪੀਚਾਂ ਜਥੇਦਾਰ ਦੀਆਂ ਵੀ ਆਈਆਂ ਨੇ, ਜਥੇਦਾਰ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਹਰਪ੍ਰੀਤ ਦੀਆਂ, ਕਿ ਅਕਾਲੀ ਦਲ ਨੂੰ ਪਾਵਰ ਨਹੀਂ ਮੇਨ ਲਈ ਗੱਲ ਕਰਨੀ ਚਾਹੀਦੀ, ਉਹਨੂੰ ਪੰਜਾਬ ਦੇ ਮੁੱਦਿਆਂ ਲਈ ਖੜਨਾ ਚਾਹੀਦਾ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਏਜੰਡੇ ਲਈ ਲੋਕਾਂ 'ਚ ਜਾਣਾ ਚਾਹੀਦਾ, ਮਤਲਬ ਪਾਵਰ ਛੱਡ ਕੇ, ਮਤਲਬ ਓਰੀਜਨਲ ਅਕਾਲੀ ਦਲ ਕਿਸ ਤਰੀਕੇ ਦੀ ਗੱਲ ਹੋਵੇ। ਪਰ ਉਹ ਅਲੱਗ ਗੱਲ ਹੈ ਕਿ ਹੁਣ ਜਥੇਦਾਰ ਸਾਹਿਬਾਨ ਦੇ ਬਿਆਨ ਤੇ ਵੀ ਬੇਭਰੋਸਗੀ ਹੁੰਦੀ ਜਾ ਰਹੀ ਹੈ ਲੋਕਾਂ ਨੂੰ, ਸ਼੍ਰੋਮਣੀ ਕਮੇਟੀ ਤੇ ਵੀ ਬਾਕੀ, ਕਿਉਂਕਿ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਤਾਂ ਜੀ ਹੈ ਹੀ ਉਹਨਾਂ ਦੇ ਨੇ ਜਥੇਦਾਰ, ਇਹ ਲਾਉਂਦੇ ਹੀ ਇਸ ਤਰੀਕੇ ਨਾਲ ਨੇ, ਦੂਜੇ ਬੰਦਿਆਂ ਨੂੰ ਲਾਉਂਦੇ ਹੀ ਨਹੀਂ, ਚੋਣ ਨਹੀਂ ਹੋ ਰਹੀ, ਪਰਚੀ ਚੋਂ ਐਸਜੀਪੀਸੀ ਦਾ ਪ੍ਰਧਾਨ ਨਿਕਲਦਾ, ਜਥੇਦਾਰਾਂ ਨੂੰ ਵੀ ਉਹ ਅਜੇ ਤੱਕ ਕਾਰਜਕਾਰੀ ਜਥੇਦਾਰ ਨੇ, ਇੰਨੇ ਸਾਲਾਂ ਤੋਂ ਰੈਗੂਲਰ ਜਥੇਦਾਰ ਵੀ ਨਹੀਂ ਤੁਸੀਂ ਬਣਾ ਰਹੇ ਤਾਂ ਕਿ ਤੁਹਾਡੇ ਦਬਾਅ 'ਚ ਰਹਿਣ। ਇਹ ਸਵਾਲ ਉੱਠ ਰਹੇ ਨੇ ਲੋਕਾਂ 'ਚ, ਪੂਰੀ ਤਰ੍ਹਾਂ ਇੱਕ ਸਵਾਲ ਸਾਡੇ ਸਾਹਮਣੇ ਨੇ। ਔਰ ਦੂਜੀ ਗੱਲ ਇਹ ਵੀ ਹੈ ਇੱਕ,
ਲੋਕ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਜਿਵੇਂ ਦੇਸ਼ ਭਰ ਦੀ ਪੋਲਿਟਿਕਸ ਕਰਪਟ ਹੋ ਗਈ, ਅਕਾਲੀ ਪੋਲਿਟਿਕਸ ਵੀ ਕਰਪਟ ਹੋ ਗਈ। ਅਕਾਲੀ ਲੀਡਰਸ਼ਿਪ ਕਿਤੇ ਈਡੀ, ਸੀਬੀਆਈ ਜਾਂ ਇਸ ਏਜੰਸੀਆਂ ਦੇ ਡਰ ਦੇ ਕਾਰਨ ਜੀ ਬੀਜੇਪੀ ਦੇ ਖਿਲਾਫ ਤੇ ਆਰਐਸਐਸ ਦੇ ਜਿਹੜੇ ਮੇਜਰ ਸਵਾਲ ਨੇ, ਜਿਨ੍ਹਾਂ ਨਾਲ ਸਿਧਾਂਤਕ ਤੌਰ ਤੇ ਸਿੱਖੀ ਦਾ ਟਕਰਾਅ ਹੈ ਬੜਾ ਵੱਡਾ, ਉਹਨਾਂ ਦੇ ਖਿਲਾਫ ਜੇ ਸਟੈਂਡ ਨਹੀਂ ਲੈ ਰਹੇ ਤਾਂ ਉਹ ਨਿੱਜੀ ਗਰਜਾਂ ਕਰਕੇ ਤਾਂ ਨਹੀਂ ਹੈ, ਜਿਨ੍ਹਾਂ ਨੇ ਇੰਨੀ ਇੰਨੀ ਪ੍ਰਾਪਰਟੀ ਬਣਾ ਲਈ, ਇੰਨੀਆਂ ਇੰਨੀਆਂ ਚੀਜ਼ਾਂ ਬਣਾ ਲਈਆਂ, ਤੇ ਕੀ ਨੇ। ਤੇ ਇੱਥੇ ਤਾਂ ਇਦੋਂ ਉਹ ਜਥੇਦਾਰੀ ਪੁਰਾਣੀ ਭਾਲਦੇ ਨੇ, ਫਿਰ ਪੁਰਾਣੀ ਜਥੇਦਾਰੀ। ਔਰ ਜਿਹਦੇ ਚ ਇਹ ਕਹਿ ਰਹੇ ਸੀ ਕਿ ਜਦੋਂ ਪਹਿਲਾਂ ਟੁੱਟੀ 69 ਜਾਂ 71 ਕਿਹੜੀ ਸਰਕਾਰ, ਯਾਨੀ ਕਰਤਾਰ ਸਿੰਘ ਰੈਵਨਿਊ ਮਿਨਿਸਟਰ ਸੀ, ਇਹ ਆਮ ਸੁਣਾਈ ਜਾਂਦੀ ਗੱਲ ਹੈ। ਉਹ ਕਹਿੰਦੇ ਵੀ ਆ ਗਏ ਡਿਊਟੀ ਵਾਲੇ ਬੰਦੇ, ਜਦੋਂ ਸਰਕਾਰ ਟੁੱਟ ਗਈ ਗਿਆਨੀ ਜੀ ਕੋਲ, ਵੀ ਗਿਆਨੀ ਜੀ 3 ਮਹੀਨਿਆਂ ਚ ਤੁਸੀਂ ਆਪਣੀ ਕੋਠੀ ਖਾਲੀ ਕਰਨੀ ਹੈ। ਕਹਿੰਦੇ ਗਿਆਨੀ ਜੀ ਕਹਿੰਦੇ ਨੇ ਠੀਕ ਹੈ ਬੇਟਾ। ਉਦੋਂ ਬਾਅਦ ਜਦੋਂ ਉਹਨਾਂ ਨੂੰ 1 ਮਿੰਟ ਚ ਲੱਗਿਆ, ਉਹ ਕਹਿੰਦਾ ਬੱਚਾ ਹੀ ਖੜਨਾ, ਉਹਨੂੰ ਰੋਕ ਲਿਆ। ਤੇ ਰੋਕ ਕੇ ਕਹਿੰਦੇ ਨੇ ਆਪਦੇ 2 ਕਸਹਿਰੇ ਪਰਨੇ ਚੱਕੇ, ਕਹਿੰਦਾ ਹੁਣ ਤਾਂ ਬੱਸ ਅਜੇ ਮੈਂ ਟਾਈਮ ਨਹੀਂ ਦੇਖਿਆ ਜੀ, ਬੱਸ ਮਿਲ ਜੂਗੀ ਮੇਰੇ ਪਿੰਡ ਨੂੰ, ਆ ਚੱਕੋ ਆਪਦਾ ਜਿੰਦਾ ਲਾ ਲਓ, ਮੇਰਾ ਤਾਂ ਚ ਹੈ ਹੀ ਕੁਛ ਨਹੀਂ। ਤੇ ਮਤਲਬ ਉਹ ਜਿਹੜਾ ਇੱਕ ਲੀਡਰ ਜਿਹੜੇ ਕਰੈਕਟਰ, ਸੀ ਉਹ ਨਾ, ਇੱਕ ਚਰਿੱਤਰ, ਇਸ ਕਿਰਦਾਰ ਇਸ ਕਿਸਮ ਦੇ ਸੀ। ਹਾਂ ਕਿਰਦਾਰ ਇਸ ਕਿਸਮ ਦੇ ਸੀ। ਔਰ ਇਸੇ ਕਰਕੇ ਇਹ ਚੀਜ਼ਾਂ ਆ ਰਹੀ ਨੇ। ਅੱਜ ਕੱਲ ਤਾਂ ਤੁਸੀਂ ਮੰਤਰੀਆਂ ਦੀਆਂ ਲਿਸਟਾਂ ਦੇਖਦੇ ਹੋ, ਜਿਹੜੇ ਘਰ ਚ ਜਾਂਦਾ ਉਹ ਕਹਿੰਦਾ ਆ ਵੀ ਬਦਲੋ, ਆ ਵੀ ਬਦਲੋ, ਰੈਨੋਵੇਟ ਕਰਾਓ, 2 ਕਰੋੜ ਮੇਰੇ ਘਰ ਤੇ ਲਾਓ। ਇਹ ਸਾਰੀ ਪੋਲਿਟਿਕਸ ਇੱਧਰ ਨੂੰ ਬਣ ਗਈ, ਮਤਲਬ ਕੱਲਾ ਅਕਾਲੀ ਦਲ ਨਹੀਂ, ਪਰ ਅਕਾਲੀ ਦਲ ਨੂੰ ਲੋਕ ਇਹ ਮਹਿਸੂਸ ਕਰਦੇ ਨੇ। ਔਰ ਅਕਾਲੀ ਤੁਸੀਂ ਦਲ ਤੋਂ ਦੇਖੋ ਲੋਕ ਕਿ ਇਹ ਆਸ ਨਹੀਂ ਨਾ ਕਰਦੇ। ਇਹ ਠੀਕ ਹੈ ਜਿਹੜੀ ਗੱਲ ਤੁਸੀਂ ਹਾਂ ਕਹਿ ਰਹੇ ਕਿ ਬਾਕੀ ਪਾਰਟੀਆਂ ਕਰ ਰਹੀਆਂ, ਪਰ ਅਕਾਲੀ ਦਲ ਤੋਂ, ਖਾਸ ਕਰਕੇ ਸਿੱਖ ਭਾਈਚਾਰਾ ਜਾਂ ਸਿੱਖ ਹਲਕੇ ਜਾਂ ਪੰਥਕ ਹਲਕੇ, ਅਕਾਲੀ ਦਲ ਤੋਂ ਇਹ ਆਸ ਨਹੀਂ ਸੀ ਕਰਦੇ। ਨਾ ਨਾ, ਤੁਸੀਂ ਦੇਖੋ ਕਿ ਕਿਸੇ ਔਰਤ ਨਾਲ ਛੇੜਛਾੜ ਦੀ ਘਟਨਾ ਬਾਕੀ ਪਾਰਟੀਆਂ ਚ ਆਉਂਦੀ ਹੈ, ਲੋਕ ਬਰਦਾਸ਼ਤ ਕਰ ਲੈਂਦੇ ਨੇ। ਕਿਸੇ ਅਕਾਲੀ ਤੇ ਆ ਕੇ ਦਿਖਾਵੇ, ਜਿੱਦਣ ਜਿਹਦੇ ਤੇ ਆਈ ਹੈ, ਚਾਹੇ ਉਹ ਲੰਗਾ ਹੋਵੇ, ਚਾਹੇ ਉਹ ਜਿਹੜਾ ਮਰਜ਼ੀ ਹੋਵੇ, ਚਾਹੇ ਬਾਕੀ ਦੀਆਂ ਚੀਜ਼ਾਂ ਹੋਣ, ਨਹੀਂ ਲੋਕ ਬਰਦਾਸ਼ਤ ਕਰਦੇ, ਕਿਉਂਕਿ ਇਹਨੂੰ ਇੱਕ ਹੋਰ ਐਂਗਲ ਤੋਂ ਲੈਂਦੇ ਨੇ। ਉਹਦੇ ਇੱਕ ਧਾਰਮਿਕ ਸਾਈਡ ਵੀ ਹੈ, ਬਿਲਕੁਲ ਜਿਹੜੇ ਠੀਕ ਹੈ। ਇਸ ਲੈਵਲ ਦੇ। ਔਰ ਹਿਸਟੋਰੀਕਲੀ ਵੀ ਆਪਣੇ ਸਾਹਮਣੇ ਅਕਾਲੀ ਲੀਡਰਸ਼ਿਪ ਤੇ ਇਹ ਐਲੀਗੇਸ਼ਨ ਨਹੀਂ ਦੇਖਿਆ ਆਪਾਂ ਕਦੇ, ਇਹ ਮਤਲਬ ਇਲਜ਼ਾਮ ਲੱਗਿਆ ਇਸ ਪੱਧਰ ਦੇ, ਜਿਹੜੇ ਜੀ ਇਲਜ਼ਾਮ ਜੀ ਜਿਹੜੀ ਪੁਰਾਣੀ ਜਥੇਦਾਰੀ ਟਾਈਪ ਕਲਚਰ ਸੀ ਜਾਂ ਉਸ ਪੱਧਰ ਦਾ ਸੀ। ਹੁਣ ਦਾ ਸਵਾਲ ਇਹੀ ਹੈ ਕਿ ਕੀ ਇਹ ਲੀਡਰਸ਼ਿਪ ਉਹ ਅਹਿਸਾਸ ਕਰੇਗੀ। ਹੂ ਬਹੂ ਤਾਂ ਸਭ, ਕਈ ਵਾਰ ਜ਼ਮਾਨਾ ਬਦਲਦਾ, ਹਾਲਾਤ ਬਦਲਦੇ ਨੇ, ਹੂ ਬਹੂ ਚੀਜ਼ਾਂ ਤਾਂ ਚਾਹੇ ਨਹੀਂ ਬਦਲੀਆਂ ਜਾਂਦੀਆਂ, ਪਰ ਜਿਹੜਾ ਨਹੀਂ ਏਜੰਡਾ ਹੈ, ਹੁੰਦੀਆਂ, ਬਿਲਕੁਲ ਠੀਕ ਹੈ। ਪਰ ਜਿਹੜਾ ਏਜੰਡਾ ਹੈ ਫੈਡਰਲਿਜ਼ਮ ਦਾ ਏਜੰਡਾ, ਜਿਹਦੀ ਸਭ ਤੋਂ ਜ਼ਿਆਦਾ ਦੇਸ਼ ਨੂੰ ਲੋੜ ਹੈ, ਚਾਹੇ ਉਹ ਬੰਗਾਲ ਉਠਾ ਰਿਹਾ, ਤਾਮਿਲਨਾਡੂ ਉਠਾ ਰਿਹਾ, ਤੇਲੰਗਾਨਾ ਉਠਾ ਰਿਹਾ, ਡਿਫਰੈਂਟ ਟਾਈਪ ਦੇ ਬਿਹਾਰ ਉਠਾ ਰਿਹਾ, ਤੇ ਜਿੱਥੋਂ ਇਹ ਸ਼ੁਰੂ ਹੋ ਰਹੀ ਸੀ ਉੱਥੋਂ ਆਵਾਜ਼ ਵੀ ਨਾ ਉੱਠੇ। ਜੀ ਤੇ ਤੁਸੀਂ ਅੱਜ ਵੀ ਦੋ ਗੱਲਾਂ ਤੁਸੀਂ ਦੇਖੀਆਂ ਕਿ ਵਾਈਸ ਪ੍ਰੈਜ਼ੀਡੈਂਟ ਔਰ ਪ੍ਰੈਜ਼ੀਡੈਂਟ ਦੇ ਕੈਂਡੀਡੇਟਾਂ ਨੂੰ ਵੋਟਾਂ ਤੁਸੀਂ ਬੀਜੇਪੀ ਨਾਲ ਪਾ ਦਿਓ, ਜੇ ਜੀ ਨਹੀਂ ਕਾਂਗਰਸ ਨੂੰ ਪਾਉਣੀਆਂ ਸੀ ਐਬਸੈਂਟ ਵੀ ਤਾਂ ਰਹਿ ਸਕਦੇ ਸੀ, ਐਬਸੈਂਟ, ਬਿਲਕੁਲ ਬਿਲਕੁਲ ਜਿਵੇਂ ਰਹਿ ਆ ਹੀ ਸਕਦੇ ਸੀ। ਰਿਹਾ। ਇਹਦੇ ਚ ਕੋਈ ਗੱਲ ਨਹੀਂ ਸੀ, ਤੁਸੀਂ ਲੋਕਾਂ ਨੂੰ ਤਾਂ ਦਿਖਾ ਦਿੰਦੇ ਕਿ ਅਸੀਂ ਉਹਦੇ ਨਾਲ ਵੀ ਨਹੀਂ ਆ ਕਿਸੇ ਵੀ ਰੂਪ ਦੇ ਵਿੱਚ, ਤੇ ਇਹਦੇ ਨਾਲ ਵੀ ਨਾ। ਅੱਜ ਦੇ ਦੌਰ ਦੇ ਵਿੱਚ ਮੇਰਾ ਖਿਆਲ ਹੈ ਲੋਕ ਜੇ ਦੁਖੀ ਨੇ, ਲੋਕ ਤਾਕਤਾਂ ਦੇ ਕੇਂਦਰੀਕਰਨ ਤੋਂ ਦੁਖੀ ਨੇ, ਸਿੱਖਿਆ ਦਾ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਬਾਕੀ ਨੇ। ਤੇ ਅਕਾਲੀ ਦਲ ਨੂੰ, ਜੇ ਪੁਰਾਣੇ ਮੈਨੀਫੈਸਟੋ ਤੁਸੀਂ ਚੱਕ ਕੇ ਦੇਖ ਲਓ ਅਕਾਲੀ ਦਲ ਦੇ, ਜਿਹੜੇ 40 ਸਾਲ ਪੁਰਾਣੇ ਨੇ, ਔਰ ਮੈਂ ਉਹ ਚੱਕ ਕੇ ਦੇਖਣ ਲੱਗ ਗਿਆ, ਤੇ ਜਿਹੜੇ ਉਹ 40 ਸਾਲ, ਮੈਨੂੰ ਇਹ ਲੱਗੇ ਵੀ ਇਹ ਕਿਸੇ ਕਾਮਰੇਡਾਂ ਦਾ ਲੱਗਦਾ ਏਜੰਡਾ ਉੱਪਰ ਅਕਾਲੀ ਦਲ ਲਿਖਿਆ ਗਿਆ, ਜਿਹਦੇ ਚ ਮਤਲਬ ਸਾਰਾ ਸੀਗਾ ਕਿ ਕਿਰਤੀ ਨੂੰ ਆਹ ਲੈ ਕੇ ਦੇਣਾ ਹੈ, ਫਲਾਣੇ ਨਾਲ ਆਹ ਗੱਲ ਕਰਨੀ ਹੈ, ਤੇ ਇਦੋਂ ਵੱਧ ਲੈਂਡ ਸੀਲਿੰਗ ਨਹੀਂ ਹੋਣੀ ਚਾਹੀਦੀ, ਆਹ ਚੀਜ਼ਾਂ ਸਾਰਾ ਅਕਾਲੀ ਦਲ ਦਾ ਏਜੰਡਾ ਹੈ। ਜੀ ਜੀ ਮਤਲਬ ਉਹ ਚੋਣ ਮੈਨੀਫੈਸਟੋ ਹੈ ਉਸ ਟਾਈਪ ਦਾ। ਔਰ ਹੁਣ ਤੁਸੀਂ ਅਮਿਤ ਸਿੰਘ ਜੀ, ਹੋਰ ਆਪਣਾ ਨਾ ਸਮਾਂ ਵੀ ਸਮਾਪਤ ਹੋ ਰਿਹਾ, ਥੋੜਾ ਸੰਖੇਪ ਚ ਰੱਖਿਓ। ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਉਹ ਏਜੰਡਾ ਜਿਹੜਾ ਇਮੀਡੀਏਟ ਅੱਜ ਦਾ ਏਜੰਡਾ ਹੈ, ਜੀ ਉਸ ਏਜੰਡੇ ਤੇ ਤੁਸੀਂ ਗੱਲ ਨਹੀਂ ਕਰ ਰਹੇ। ਔਰ ਉਹ ਏਜੰਡੇ ਤੇ ਜਦੋਂ ਅਕਾਲੀ ਦਲ ਗੱਲ ਕਰੇਗਾ, ਜਿਹੜਾ ਚਾਹੇ ਚੰਡੀਗੜ੍ਹ ਦਾ ਸਵਾਲ ਹੈ, ਪਾਣੀਆਂ ਦਾ ਸਵਾਲ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਹੈ, BSF ਦਾ ਸਵਾਲ ਹੈ, ਡੈਮਾਂ ਤੇ ਕੰਟਰੋਲ ਦਾ ਸਵਾਲ ਹੈ, ਜਾਂ ਬਾਕੀ ਦੇ ਮੁੱਦੇ ਜਿਹੜੇ ਸਟੇਟਾਂ ਨੂੰ ਚਾਹੀਦੇ ਨੇ। ਹੁਣ ਜੀ GST ਜੀ ਤੋਂ ਬਾਅਦ ਸਟੇਟਾਂ ਮਿਊਨਿਸਪਲ ਕਮੇਟੀਆਂ ਵਰਗੀਆਂ ਹੋ ਗਈਆਂ, ਅਸੀਂ ਮੰਗਤੇ ਬਣ ਗਏ ਵੀ ਇੰਨਾ ਕੁ ਪੈਸਾ ਦੇ ਦਿਓ, ਇੰਨਾ ਕੁ ਨਾ ਦੇ ਦਿਓ ਸਟੇਟਾਂ ਨੂੰ। ਔਰ UAPA ਐਕਟ ਤੋਂ ਬਾਅਦ ਤੁਹਾਡਾ ਸਾਰਾ ਸਾਈਬਰ ਕ੍ਰਾਈਮ ਦਾ ਉਹ NIA ਕੋਲ ਚਲਾ ਗਿਆ। ਵੱਖ-ਵੱਖ ਟਾਈਪ ਦੀ ਸੈਂਟਰਲਾਈਜੇਸ਼ਨ ਹੋ ਰਹੀ ਹੈ। ਔਰ ਜੰਮੂ ਕਸ਼ਮੀਰ ਤੋੜਤਾ, ਤੁਸੀਂ ਇੱਕ ਆਵਾਜ਼ ਨਹੀਂ ਕੱਢੀ, ਕੱਲ ਨੂੰ ਪੰਜਾਬ ਵੀ ਐਵੇਂ ਹੀ ਤੋੜ ਕੇ ਯੂਟੀ ਬਣਾ ਦਿਓ, ਤੁਸੀਂ ਕੀ ਕਰੋਗੇ? ਬਿਲਕੁਲ ਇਹ ਸਵਾਲ ਨੇ ਵੱਡੇ, ਜਿੱਥੇ ਅਕਾਲੀ ਦਲ ਵਰਗੀ ਪਾਰਟੀ ਤੋਂ ਲੋਕ ਇਹ ਮਹਿਸੂਸ ਕਰਦੇ ਨੇ ਇਹ ਕਿ ਮੈਦਾਨੇ ਜੰਗ ਚ ਆ ਕੇ ਬੋਲੂਗੀ, ਇਹ ਧਰਵਾਸ ਦੇ ਸਕਦੀ ਹੈ ਉਸ ਪੱਧਰ ਦੇ ਉੱਤੇ। ਔਰ ਇਹ ਜੇ ਇਸ ਪਾਸੇ ਵੱਲ ਨਹੀਂ ਚੱਲਣਗੇ, ਇੱਕ ਏਜੰਡਾ ਲੈ ਕੇ ਨਹੀਂ ਚੱਲਣਗੇ, ਏਜੰਡਾ ਪਲੱਸ ਬਦਲੀ ਹੋਈ ਲੀਡਰਸ਼ਿਪ, ਇਹ 2 ਸ਼ਰਤਾਂ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਨੇ ਇਸ ਸਮੇਂ, ਜਿਹੜੀ ਜ਼ਰੂਰੀ ਨੇ। ਮਹਿਸੂਸ ਕਰ ਰਿਹਾ ਅਕਾਲੀ ਦਲ ਦਾ ਕੇਡਰ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ।
ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਖਾਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ, ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਖੇਤਰੀ ਪਾਰਟੀ ਦੀ ਭੂਮਿਕਾ, ਸਾਰੇ ਹੀ ਪੰਜਾਬੀ ਇਸ ਗੱਲ ਦੀ ਆਸ ਰੱਖਦੇ ਆ ਕਿ ਖੇਤਰੀ ਪਾਰਟੀ ਇੱਕ ਹੋਣੀ ਚਾਹੀਦੀ ਹੈ, ਔਰ ਅਕਾਲੀ ਦਲ ਜਿਹੜੀ ਉਹ ਭੂਮਿਕਾ ਨਿਭਾਉਂਦਾ ਸੀ, ਉਸ ਤੋਂ ਅਜੇ ਵੀ ਆਸ ਹੈ ਲੋਕਾਂ ਨੂੰ। ਇਹ ਜੇ ਤੁਹਾਡਾ ਪ੍ਰੋਗਰਾਮ ਪਸੰਦ ਆਇਆ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡਾ ਧੰਨਵਾਦ। ਹਮੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ।